सत श्री अकाल जी। मेरा नाम रमनजीत कौर है। आज का साਡਾ टॉपिक है एफिशिएंसी ऑफ द मार्केट मैकेनिज्म, मार्केट फेलियर एंड रोल ऑफ द स्टेट। ਅੱਜ ਅਸੀਂ ਦੇਖਾਂਗੇ ਕਿ ਜਿਹੜੀ ਆਪਣੀ ਐਫੀਸ਼ੀਐਂਸੀ ਆਫ ਮਾਰਕੀਟ ਹੈ ਕਿ ਆਪਾਂ ਨੇ ਇਸ ਤੋਂ ਪਹਿਲਾਂ ਦੇਖਿਆ ਸੀਗਾ ਕਿ ਮਾਰਕੀਟ ਦੇ ਵਿੱਚ ਜਿਹੜੀ ਹੁੰਦੀ ਹੈ ਐਫੀਸ਼ੀਐਂਸੀ ਪਾਈ ਜਾਂਦੀ ਹੈ। ਠੀਕ ਹੈ, ਮਾਰਕੀਟ ਐਫੀਸ਼ੀਐਂਸੀ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਜਿੱਥੇ ਜਿਹੜੀਆਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਡਿਫਰੈਂਟ ਫਰਮਸ ਨੇ ਉਹ ਕਿਸ ਤਰ੍ਹਾਂ ਐਲੋਕੇਟਿਵ ਜਿਹੜੇ ਰਿਸੋਰਸਿਸ ਨੇ, ਜਿਹਨਾਂ ਰਿਸੋਰਸਿਸ ਦੀ ਸਕਾਰਸਿਟੀ ਆ ਉਹਨਾਂ ਨੂੰ ਪ੍ਰੋਪਰ ਯੂਜ਼ ਕਰਕੇ ਜਿਹੜੀ ਐਫੀਸ਼ੀਐਂਸੀ ਹੈ ਉਹਦੇ ਥਰੂ ਪ੍ਰੋਡਕਸ਼ਨ ਕਰਦੇ ਨੇ। ਜਿੱਥੇ ਕਹਿੰਦੇ ਕੀ ਹੁੰਦਾ, ਆਪਣੇ ਟੂ ਟਾਈਪਸ ਕੀਤੀਆਂ ਸੀਗੀਆਂ, ਇੱਕ ਤਾਂ ਐਲੋਕੇਟਿਵ ਐਫੀਸ਼ੀਐਂਸੀ ਕੀਤੀ ਸੀਗੀ, ਇੱਕ ਆਪਾਂ ਨੇ ਕੀਤੀ ਸੀਗੀ ਆਪਣੀ ਪ੍ਰੋਡਕਟਿਵ ਐਫੀਸ਼ੀਐਂਸੀ। ਤੇ ਉਸ ਤੋਂ ਇਲਾਵਾ ਸੀਗਾ ਆਪਣੀ ਟੈਕਨੀਕਲ ਐਫੀਸ਼ੀਐਂਸੀ, ਠੀਕ ਹੈ, ਪ੍ਰੋਡਕਟ ਮਿਕਸ ਐਫੀਸ਼ੀਐਂਸੀ। ਤੇ ਆਪਾਂ ਜੇ ਗੱਲ ਕਰੀਏ ਆਪਣੀ ਜਿਹੜੀ ਸੀਗੀ ਐਲੋਕੇਟਿਵ ਐਫੀਸ਼ੀਐਂਸੀ, ਉਹਦਾ ਮਤਲਬ ਸੀਗਾ ਥਿੰਗਸ ਡੂਇੰਗ ਰਾਈਟ ਥਿੰਗਸ। ਠੀਕ ਹੈ, ਤੇ ਆਪਣੀ ਜਿਹੜੀ ਹੈਗੀ ਆ ਪ੍ਰੋਡਕਟਿਵ ਐਫੀਸ਼ੀਐਂਸੀ ਡੂਇੰਗ ਦ ਰਾਈਟ ਥਿੰਗਸ। ਤਾਂ ਇਹਨਾਂ ਦਾ ਮਤਲਬ ਕੀ ਸੀਗਾ, ਪ੍ਰੋਡਕਟਿਵ ਐਫੀਸ਼ੀਐਂਸੀ ਦੇ ਵਿੱਚ ਆਪਾਂ ਦੇਖਦੇ ਸੀ ਕਿ ਕਿਸ ਤਰ੍ਹਾਂ ਜਿੰਨੇ ਵੀ ਆਪਣੇ ਕੋਲ ਰਿਸੋਰਸਿਸ ਅਵੇਲੇਬਲ ਨੇ ਤਾਂ ਆਪਾਂ ਉਹਨਾਂ ਦਾ ਕਿਸ ਤਰ੍ਹਾਂ ਪ੍ਰੋਪਰ ਯੂਜ਼ ਕਰੀਏ ਕਿ ਜਿਹੜੇ ਸਾਡੇ ਇਨਪੁਟਸ ਨੇ ਉਹ ਘੱਟ ਯੂਜ਼ ਹੋਣ ਤੇ ਆਊਟਪੁੱਟ ਜ਼ਿਆਦਾ ਤੋਂ ਜ਼ਿਆਦਾ ਪਏ। ਮਤਲਬ ਜਿਹੜੀ ਸਾਡੀ ਪੀ ਮੀਨਸ ਐਵਰੇਜ ਰੈਵਨਿਊ ਹੈ ਉਹ ਕੀ ਹੋਵੇ, ਇਕੁਅਲ ਟੂ ਐਵਰੇਜ ਕਾਸਟ ਹੋਵੇ। ਤੇ ਐਵਰੇਜ ਕਾਸਟ ਕਹਿੰਦੇ ਜਿਹੜੇ ਮਿਨੀਮਮ ਹੁੰਦੀ ਆ ਤੇ ਆਪਣਾ AR ਤੇ ਪ੍ਰਾਈਸ ਦੇ ਇਕੁਅਲ ਹੁੰਦੀ ਆ, ਉੱਥੇ ਜਿਹੜੀ ਆਪਣੀ ਪ੍ਰੋਡਕਟਿਵ ਐਫੀਸ਼ੀਐਂਸੀ ਆ ਉਹ ਹੁੰਦੀ ਹੈ ਮਾਰਕੀਟ ਦੇ ਵਿੱਚ। ਤੇ ਐਲੋਕੇਟਿਵ ਐਫੀਸ਼ੀਐਂਸੀ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀਗਾ ਕਿ ਐਲੋਕੇਟਿਵ ਐਫੀਸ਼ੀਐਂਸੀ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਜਿੰਨੇ ਆਪਣੇ ਕੋਲ ਇਨਪੁਟਸ ਨੇ ਆਪਾਂ ਜਦੋਂ ਉਹਨਾਂ ਨੂੰ ਯੂਜ਼ ਕਰਦੇ ਆ ਤਾਂ ਇੱਕ ਐਕਸਟਰਾ ਯੂਨਿਟ ਜਦੋਂ ਪ੍ਰੋਡਿਊਸ ਕਰਦੇ ਆਪਾਂ ਤਾਂ ਉਹਦੀ ਜੋ ਮਾਰਜਨਲ ਕਾਸਟ ਸਾਨੂੰ ਪੇ ਕਰਨੀ ਪੈਂਦੀ ਆ, ਪੇਮੈਂਟਸ ਕਰਨੀਆਂ ਪੈਂਦੀਆਂ ਨੇ, ਉਹ ਕਿਸ ਚੀਜ਼ ਦੇ ਇਕੁਅਲ ਹੋਣੀਆਂ ਚਾਹੀਦੀਆਂ ਨੇ, ਉਸ ਚੀਜ਼ ਨੂੰ ਸੇਲ ਕਰਕੇ ਜਿਹੜੀ ਅਸੀਂ ਬਣਾਈ ਆ, ਜਿਹੜੀ ਉਸ ਤੋਂ ਸੇਲਿੰਗ ਤੋਂ ਬਾਅਦ ਸਾਨੂੰ ਪ੍ਰਾਈਸ ਮਿਲਿਆ ਉਹਦੇ ਇਕੁਅਲ ਹੋਣੀ ਚਾਹੀਦੀ ਆ। ਮਤਲਬ ਮਾਰਜਨਲ ਕਾਸਟ ਇਕੁਅਲ ਟੂ ਮਾਰਜਨਲ ਰੈਵਨਿਊ ਹੋਣਾ ਚਾਹੀਦਾ, ਉਦੋਂ ਜਿਹੜੀ ਹੈ ਆਪਣੀ ਐਲੋਕੇਟਿਵ ਐਫੀਸ਼ੀਐਂਸੀ ਮਾਰਕੀਟ ਦੇ ਵਿੱਚ ਹੋਊਗੀ। ਇਹ ਡਿਫਰੈਂਟ ਟਾਈਪਸ ਆਫ ਆਪਾਂ ਨੇ ਐਫੀਸ਼ੀਐਂਸੀਜ਼ ਦੇਖੀਆਂ ਸੀ ਮਾਰਕੀਟ ਦੇ ਵਿੱਚ। ਤੇ ਉਸ ਤੋਂ ਬਾਅਦ ਆਪਾਂ ਨੇ ਦੇਖਣਾ ਹੈ ਅੱਜ ਐਫੀਸ਼ੀਐਂਸੀ ਇਨ ਦਾ ਮਾਰਕੀਟ ਮੈਕੈਨਿਜ਼ਮ, ਮਾਰਕੀਟ ਫੇਲਿਅਰਸ ਐਂਡ ਦਾ ਰੋਲ ਆਫ ਦਾ ਸਟੇਟ। ਕਹਿੰਦੇ ਕਿਵੇਂ ਆਪਣੀ ਮਾਰਕੀਟ ਦੇ ਵਿੱਚ ਜਿਹੜੀ ਇਨਐਫੀਸ਼ੀਐਂਸੀ ਆ ਉਹ ਅਕਰ ਕਰਦੀ ਆ ਜਦੋਂ ਆਪਣੀ ਜਿਹੜੀ ਮਾਰਕੀਟ ਦੇ ਵਿੱਚ ਫਰਮਸ ਦੇ ਵਿੱਚ ਇਕਨੋਮੀ ਦੇ ਵਿੱਚ ਐਫੀਸ਼ੀਐਂਸੀ ਅਪਲਾਈ ਨਹੀਂ ਹੁੰਦੀ, ਇਨਐਫੀਸ਼ੀਐਂਸੀ ਆ ਜਾਂਦੀ ਆ, ਮਾਰਕੀਟ ਦੇ ਵਿੱਚ ਫੇਲਿਅਰਸ ਆ ਜਾਂਦੀਆਂ ਨੇ। ਆਪਾਂ ਪ੍ਰੋਪਰ ਜਿਹੜੀ ਹੈ ਪ੍ਰੋਡਕਸ਼ਨ ਐਵਰੇਜ ਕਾਸਟ ਨੂੰ ਮਿਨੀਮਮ ਕਰਨ ਦੇ ਵਿੱਚ ਕਹਿੰਦੇ ਸਕਸੈਸਫੁਲ ਨਹੀਂ ਹੁੰਦੇ, ਜਾਂ ਫਿਰ ਆਪਣੀ ਡਿਮਾਂਡ ਸਪਲਾਈ ਇਕੁਅਲ ਨਹੀਂ ਹੁੰਦੀ। ਠੀਕ ਹੈ, ਤਦ ਕਹਿੰਦੇ ਇਹਨਾਂ ਨੂੰ ਆਪਾਂ ਮਾਰਕੀਟ ਫੇਲਿਅਰ ਕਹਿੰਦੇ ਆ। ਐਂਡ ਦਾ ਤਦ ਕਹਿੰਦੇ ਰੋਲ ਆਫ ਦਾ ਸਟੇਟ, ਆਪਣੀ ਸਟੇਟ ਦਾ ਕੀ ਰੋਲ ਹੁੰਦਾ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਇਹ ਇਨਐਫੀਸ਼ੀਐਂਸੀਆਂ ਮਾਰਕੀਟ ਦੇ ਵਿੱਚ ਆ ਰਹੀ ਹੈ ਉਹਨੂੰ ਆਪਾਂ ਸੋਲਵ ਕਰ ਸਕਦੇ ਆ। ਤੇ ਅੱਜ ਦਾ ਆਪਣਾ ਟੌਪਿਕ ਇਹ ਆ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦੇਖਾਂਗੇ departures from the assumptions of perfect competition, क्योंकि ਆਪਾਂ ਨੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਮਾਰਕੀਟ ਫੇਲਿਅਰਸ ਦੇਖਣਾ ਹੈ ਐਂਡ ਦਾ ਰੋਲ ਆਫ ਸਟੇਟ ਦੇਖਣਾ ਹੈ। ਤਾਂ ਉਹਦੇ ਵਿੱਚ ਇੰਪਰਫੈਕਟ ਮਾਰਕੀਟ ਦੇਖਾਂਗੇ, ਐਕਸਟਰਨਲਿਟੀਜ਼ ਦੇਖਾਂਗੇ, ਕਿਉਂਕਿ ਇਹਨਾਂ ਦੇ ਥਰੂ ਹੀ ਜਿਹੜੀਆਂ ਆਪਣੀਆਂ ਮਾਰਕੀਟ ਫੇਲਿਅਰਸ ਨੇ ਆਉਂਦੀਆਂ ਨੇ ਮਾਰਕੀਟ ਦੇ ਵਿੱਚ। ਤਾਂ ਇੰਪਰਫੈਕਟ ਮਾਰਕੀਟ, ਐਕਸਟਰਨਲਿਟੀਜ਼, ਪਬਲਿਕ ਗੁੱਡਸ, ਇੰਪਰਫੈਕਟ ਇਨਫੋਰਮੇਸ਼ਨ, ਐਡਵਰਸ ਸਿਲੈਕਸ਼ਨ ਐਂਡ ਮੋਰਲ ਹੈਜ਼ਰਡਸ, ਜੋ ਇਹ ਕਹਿੰਦੇ ਆਪਣੇ ਕੋਲ ਬੇਸਿਕ ਪਰਫੈਕਟ ਕੰਪੀਟੀਸ਼ਨ ਦੇ ਡਿਪਾਰਚਰ ਤੇ ਇਹ ਅਜ਼ੰਪਸ਼ਨਸ ਨੇ, ਉਹਨਾਂ ਦੀ ਗੱਲ ਕਰਾਂਗੇ। ਐਂਡ ਉਸ ਤੋਂ ਬਾਅਦ ਡੈਵੀਏਸ਼ਨ ਬਿਟਵੀਨ ਦਾ ਮਾਰਜਨਲ ਸੋਸ਼ਲ ਕਾਸਟ ਐਂਡ ਮਾਰਜਨਲ ਪ੍ਰਾਈਵੇਟ ਕਾਸਟ, ਜਿਹੜੀ MCP ਆ ਐਂਡ ਆਪਣੀ MPC ਆ, MSP, MPC, MSB, MPB, ਆਪਾਂ ਇਹਨਾਂ ਦੇ ਵਿੱਚ ਰਿਲੇਸ਼ਨ ਦੇਖਾਂਗੇ। ਐਂਡ ਇਸ ਤੋਂ ਬਾਅਦ ਇੰਟਰਲਾਈਜ਼ਿੰਗ ਐਕਸਟਰਨਲਿਟੀਜ਼, ਕੀ ਜਿਹੜਾ ਆਪਣਾ ਪਬਲਿਕ ਸੈਕਟਰ ਹੈ ਉਹਦਾ ਮੇਨ ਕੀ ਰੋਲ ਹੈ ਤੇ ਨੀਡ ਫॉर द ਪਬਲਿਕ ਇੰਟਰਵੈਂਸ਼ਨਸ ਐਂਡ ਟੈਕਸ ਐਂਡ ਸਬਸਿਡੀਜ਼ ਐਂਡ ਡਾਇਰੈਕਟ ਰੈਗੂਲੇਸ਼ਨਸ ਹੁੰਦੀਆਂ ਨੇ ਜੋ ਆਪਣੇ ਪਬਲਿਕ ਸੈਕਟਰਸ ਦੇ ਥਰੂ ਐਡਮਿਨਿਸਟ੍ਰੇਸ਼ਨ ਸਟੈਪਸ ਦਾ ਕੀ ਰੋਲ ਹੈ, ਰੈਗੂਲੇਟਿੰਗ ਪ੍ਰਾਈਵੇਟ determined prices, regulating of activities and public provisions, expanding supply of public goods। ਇਹ ਸਾਰੇ ਜਿਹੜੇ ਟੌਪਿਕਸ ਨੇ ਆਪਾਂ one by one ਅੱਜ ਇਸ ਟੌਪਿਕ ਦੇ ਵਿੱਚ ਰੀਡ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਬੇਸਿਕ ਅਜ਼ੰਪਸ਼ਨਸ ਜੋ ਕਹਿੰਦੇ ਪਰਫੈਕਟ ਕੰਪੀਟੀਸ਼ਨ ਦੀਆਂ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਕਹਿੰਦੇ ਆਪਾਂ ਆਪਣਾ ਜੋ ਇਸ ਤੋਂ ਪਹਿਲਾਂ ਵਾਲਾ ਯੂਨਿਟ ਸੀ ਆਪਾਂ ਨੂੰ ਉਸ ਦੇ ਵਿੱਚ ਐਫੀਸ਼ੀਐਂਸੀ ਦੀ ਗੱਲ ਕੀਤੀ ਹੈ, ਪ੍ਰੋਡਕਟਿਵ ਐਫੀਸ਼ੀਐਂਸੀ, ਟੈਕਨੀਕਲ ਐਫੀਸ਼ੀਐਂਸੀ ਐਂਡ ਐਲੋਕੇਟਿਵ ਐਫੀਸ਼ੀਐਂਸੀ, ਕਿ ਕਿਸ ਤਰ੍ਹਾਂ ਮਾਰਕੀਟ ਦੇ ਵਿੱਚ ਜਿਹੜੀਆਂ ਫਰਮਸ ਨੇ ਉਹ ਆਪਣੇ ਰਿਸੋਰਸਿਸ ਦੇ ਥਰੂ, ਪ੍ਰੋਡਕਸ਼ਨਸ ਦੇ ਥਰੂ, ਇਨਪੁਟਸ ਦੇ ਥਰੂ, ਐਫੀਸ਼ੀਐਂਸੀ ਦੇ ਥਰੂ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਇਨਕਰੀਜ਼ ਕਰ ਸਕਦੀਆਂ ਨੇ ਤੇ ਜਿਹੜੀ ਕਾਸਟ ਹੈ ਉਹਨੂੰ ਕੱਟ ਕਰ ਸਕਦੀਆਂ ਨੇ। ਤੇ ਉਸ ਤੋਂ ਬਾਅਦ ਕਹਿੰਦੇ
अपनी कई बार ਜਿਹੜੀਆਂ ਫੇਅਰਲੀ ਗੁੱਡਸ ਹੁੰਦੀਆਂ ਨੇ ਚੀਪੇਬਲ ਪ੍ਰਾਈਸ ਤੇ ਆਪਾਂ ਪ੍ਰੋਡਿਊਸ ਕਰਦੇ ਆ ਉਹ ਪ੍ਰੋਡਿਊਸ ਨਹੀਂ ਹੋ ਪਾਉਂਦੀਆਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਅਨਅਵੋਇਡੇਬਲ ਡੈਵੀਏਸ਼ਨਸ ਆਉਂਦੀਆਂ ਨੇ ਚੇਂਜਸ ਆਉਂਦੀਆਂ ਨੇ ਜਿੱਦੇ ਕਰਕੇ ਜਿਹੜੀਆਂ ਮਾਰਕੀਟ ਫੇਲਿਅਰਸ ਨੇ ਉਹ ਅਕਰ ਕਰਦੀਆਂ ਨੇ ਉਹ ਕਿਹੜੀਆਂ ਹੋ ਸਕਦੀਆਂ ਨੇ imperfection in the market the problem of externalities the existence of public goods which have properties of non-exclusive and non-rivalry leading to some external cost and benefits ਕਹਿੰਦੇ ਜਿਹੜੀ externalities ਨੇ ਉਹਨਾਂ ਦੀ cost ਤੇ benefits affect ਕਰਦੇ ਨੇ imperfection of information which details the decision making process the problem of adverse selection and moral hazards in the functioning of different agents and actors in the market ਤੇ ਉਸ ਤੋਂ ਬਾਅਦ next ਹੈ ਆਪਣਾ how all the above problems lead to deviation between social and private marginal cost ਕਹਿੰਦੇ ਕਿਉਂਕਿ ਇਹਨਾਂ ਸਾਰੀਆਂ ਜਿਹੜੇ ਹੈ ਇਹ ਸਾਰੇ ਰੀਜ਼ਨਸ ਨੇ ਜਿਨ੍ਹਾਂ ਦੇ ਥਰੂ ਆਪਣੀ ਜਿਹੜੀ ਮਾਰਜਨਲ ਸੋਸ਼ਲ ਕਾਸਟ ਹੈ ਤੇ ਮਾਰਜਨਲ ਸੋਸ਼ਲ ਬੈਨੀਫਿਟਸ ਨੇ ਅਫੈਕਟ ਹੁੰਦੇ ਨੇ ਆਪਾਂ ਇਹਨਾਂ ਨੂੰ ਵੀ ਦੇਖਾਂਗੇ ਇਸ ਤੋਂ ਇਲਾਵਾ ਦਾ ਨੀਡ ਆਫ ਗਵਰਨਮੈਂਟ ਕਿ ਗਵਰਨਮੈਂਟ ਦੀ ਕੀ ਨੀਡ ਹੈ ਜਿਵੇਂ ਕਿ ਇਸ ਤੋਂ ਪਹਿਲਾਂ ਆਪਾਂ ਨੇ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਜਿਹੜੀ ਟੈਕਨੋਲੋਜੀਕਲੀ ਐਂਡ ਇਕਨੋਮਿਕ ਐਫੀਸ਼ੀਐਂਸੀ ਆਪਾਂ allocations of resources among alternative uses and different distribution of income among owners of resources किस तरह ਆਪਾਂ ਜਿਹੜਾ ਹੈ allocative efficiency ਦੇ through technology and ਜਿਹੜੇ ਆਪਣਾ economic efficiency ਆ ਉਹਨੂੰ increase ਕਰਕੇ ਆਪਣੀ efficiency increase ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਆਪਣੀ ਜਿਹੜੀ first theorem ਸੀਗੀ welfare theorem of the sums of ਵੈਲਫੇਅਰ ਥਿਊਰਮ ਜਿਹੜੀ ਆਪਾਂ ਨੇ ਦੇਖੀ ਸੀਗੀ ਇਸ ਤੋਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ ਕਹਿੰਦੇ ਜਿਹਦੇ ਵਿੱਚ ਪ੍ਰੀਟੋ ਐਫੀਸ਼ੀਐਂਸੀ ਸੀਗੀ ਜਿਹੜੀ ਵਰਕ ਕਰਦੀ ਸੀ ਪ੍ਰੀਟੋ ਐਫੀਸ਼ੀਐਂਸੀ ਦੇ ਥਰੂ ਕਹਿੰਦੇ ਆਪਣੀ ਜਿਹੜੀ ਹੈ ਮਾਰਕੀਟ ਫਰਮ ਉਸ ਟਾਈਮ ਐਫੀਸ਼ੀਐਂਸੀ ਦੇ ਵਿੱਚ ਹੋਏਗੀ ਜਾਂ ਕੋਈ ਵੀ ਜਿਹੜਾ ਹੈ ਇੰਡੀਵਿਜੂਅਲਸ ਉਸ ਸਮੇਂ ਐਲੋਕੇਟਿਵ ਐਫੀਸ਼ੀਐਂਸੀ ਜਾਂ ਟੈਕਨੀਕਲ ਐਫੀਸ਼ੀਐਂਸੀ ਹੋਏਗੀ ਜਦੋਂ ਕਹਿੰਦੇ ਕਿ ਆਪਣੇ ਜਿਹੜੇ 2 ਪਰਸਨਸ ਨੇ ਉਹਨਾਂ ਦੇ ਵਿੱਚੋਂ ਦੋਨਾਂ ਨੂੰ ਇਕੁਅਲੀ ਬੈਨੀਫਿਟ ਹੋ ਰਿਹਾ ਹੈ ਐਦਾਂ ਨਹੀਂ ਹੈਗਾ ਕਿ ਆਪਾਂ ਨੇ ਅਗਰ ਇੱਕ ਪਰਸਨਸ ਦੀ ਜਿਹੜੇ ਹੈ ਬੈਨੀਫਿਟਸ ਨੂੰ ਇਨਕਰੀਜ਼ ਕਰਨਾ ਹੈ ਤਾਂ ਕਹਿੰਦੇ ਦੂਸਰੇ ਪਰਸਨਸ ਦੇ ਬੈਨੀਫਿਟਸ ਡਿਕਰੀਜ਼ ਹੋਣ ਜਾਂ ਇੱਕ ਗੁੱਡ ਦੀ ਪ੍ਰੋਡਕਸ਼ਨ ਇਨਕਰੀਜ਼ ਕਰਨੀ ਹੈ ਤਾਂ ਦੂਸਰੀ ਗੁੱਡ ਦੀ ਪ੍ਰੋਡਕਸ਼ਨ ਡਿਕਰੀਜ਼ ਕਰਨੀ ਪਵੇ ਤਾਂ ਕਹਿੰਦੇ ਬਿਨਾਂ ਦੂਸਰੇ ਨੂੰ ਨੁਕਸਾਨ ਪਹੁੰਚਾਏ ਆਪਾਂ ਦੋਨੇ ਜਿਹੜੇ ਇੰਡੀਵਿਜੂਅਲਸ ਨੇ ਦੋਨੇ ਗੁੱਡਸ ਨੇ ਉਹਨਾਂ ਦੇ ਥਰੂ ਆਪਾਂ ਬੈਨੀਫਿਟਸ ਕੀਆ ਲੈ ਸਕਦੇ ਆ ਇਹ ਜਿਹੜੀ ਪ੍ਰੀਟੋ ਐਫੀਸ਼ੀਐਂਸੀ ਸੀਗੀ ਇਹ ਅਪਲਾਈ ਹੁੰਦੀ ਸੀ ਪ੍ਰੀਟੋ ਐਫੀਸ਼ੀਐਂਸੀ ਦੀ ਥਿਊਰਮ ਦੀ ਤਾਂ ਕਹਿੰਦੇ ਫਿਰ ਵੀ ਮਾਰਕੀਟ ਦੇ ਵਿੱਚ ਕਹਿੰਦੇ ਡੇ ਬਾਈ ਡੇ ਇਕਨੋਮਿਕ ਪ੍ਰੋਬਲਮਸ ਆ ਰਹੀਆਂ ਨੇ ਜਿਨ੍ਹਾਂ ਦੇ ਕਰਕੇ ਜਿਹੜੀ ਐਫੀਸ਼ੀਐਂਸੀ ਹੈ ਡਿਕਰੀਜ਼ ਹੋ ਰਹੀ ਹੈ ਤੇ ਇਨ ਐਫੀਸ਼ੀਐਂਸੀ ਆ ਰਹੀ ਹੈ ਤਾਂ ਹਾਊਐਵਰ ਨਾਓ ਵੀ ਆਰ ਟਰਨਿੰਗ ਟੂ ਐਨ ਐਗਜ਼ਾਮੀਨੇਸ਼ਨ ਆਫ possible departure from the assumptions of perfectly competitive market ਕਹਿੰਦੇ ਤਾਂ ਆਪਣੇ perfectly competitive market ਦੇ ਵਿੱਚ ਜਿਹੜੀ market failures ਉਹਦੀ ਗੱਲ ਕਰਨੀ ਆ ਤਾਂ ਸਭ ਤੋਂ ਪਹਿਲਾਂ perfect competition ਕੀ ਹੁੰਦੀ ਹੈ a large number of both buyers and sellers ਤੁਹਾਨੂੰ ਪਤਾ ਹੀ ਹੈ ਕਿ perfect competition ਦੇ ਵਿੱਚ large number of buyers ਤੇ ਕੀ ਹੁੰਦੇ ਨੇ sellers ਹੁੰਦੇ ਨੇ ਤੇ ਜਿਹੜੇ ਉਹਨਾਂ ਦੇ ਪ੍ਰੋਡਕਟਸ ਹੁੰਦੇ ਨੇ ਕੀ ਹੁੰਦੇ ਨੇ homogeneous products ਹੁੰਦੇ ਨੇ ਸਾਰੀਆਂ ਫਰਮਾਂ ਇੱਕੋ ਤਰ੍ਹਾਂ ਦੇ ਪ੍ਰੋਡਕਟਸ ਨੂੰ ਕੀ ਕਰਦੀਆਂ ਨੇ ਸੇਲ ਕਰਦੀਆਂ ਨੇ ਤੇ ਪਰਫੈਕਟ ਇਨਫੋਰਮੇਸ਼ਨ ਹੁੰਦੀ ਹੈ ਕਿਨੂੰ ਬਾਇਰਸ ਨੂੰ ਜਿੰਨੇ ਵੀ ਕਹਿੰਦੇ ਕਸਟਮਰਸ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਗਰ ਇਸ ਗੁੱਡ ਦੀ ਪ੍ਰੋਡਕਸ਼ਨ ਹੋ ਰਹੀ ਹੈ ਤਾਂ ਇਹ ਗੁੱਡ ਦੀ ਕੁਆਂਟੀਟੀ ਤੇ ਪ੍ਰਾਈਸ ਕਿੰਨਾ ਹੋਏਗਾ ਇਹ ਹੋਏਗਾ ਐਂਡ ਫ੍ਰੀ ਫਲੋ ਆਫ ਇਨਫੋਰਮੇਸ਼ਨ ਵਿਚ ਇਜ਼ ਫ੍ਰੀ ਬੋਥ ਦਾ ਬਾਇਰਸ ਐਂਡ ਆਪਣਾ ਸੈਲਰਸ ਕਹਿੰਦੇ ਬਾਇਰਸ ਤੇ ਸੈਲਰਸ ਨੂੰ ਫ੍ਰੀ ਇਨਫੋਰਮੇਸ਼ਨ ਪ੍ਰੋਵਾਈਡ ਹੋਏਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡਵਰਟਾਈਜ਼ਮੈਂਟ ਐਂਡ ਸੈਲਿੰਗ ਕਾਸਟ ਨਹੀਂ ਹੋਏਗੀ no barriers to entry into market or register firms ਕਹਿੰਦੇ ਕੋਈ ਵੀ ਨਿਊ ਫਰਮ ਮਾਰਕੀਟ ਦੇ ਵਿੱਚ ਐਂਟਰ ਹੋ ਸਕਦੀ ਹੈ ਤੇ ਪੁਰਾਣੀ ਫਰਮ ਮਾਰਕੀਟ ਨੂੰ ਛੱਡ ਕੇ ਜਾ ਸਕਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੋਕ ਨਹੀਂ ਹੋਏਗੀ no body exercise control over the market prices through on one's own decisions ਕਹਿੰਦੇ ਆਪਣੇ ਡਿਸੀਜਨ ਤੇ ਅਕੋਰਡਿੰਗ ਇੰਡਸਟਰੀ ਦੇ ਅੰਡਰ ਜਿੰਨੀਆਂ ਵੀ ਫਰਮਸ ਆ ਰਹੀਆਂ ਨੇ ਪਰਫੈਕਟ ਕੰਪੀਟੀਸ਼ਨ ਦੇ ਅੰਦਰ ਜਿੰਨੀਆਂ ਵੀ ਫਰਮਸ ਆ ਰਹੀਆਂ ਨੇ ਉਹ ਆਪਣੇ ਆਪ ਜਿਹੜੇ ਗੁੱਡਸ ਦੇ ਪ੍ਰਾਈਸਿਸ ਨੇ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੀ ਗੁੱਡਸ ਦੇ ਪ੍ਰਾਈਸਿਸ ਨੇ ਜੋ ਉਹ ਇੰਡਸਟਰੀ ਹੀ ਚੇਂਜ ਕਰ ਸਕਦੀ ਆ ਕਿਉਂਕਿ ਇੰਡਸਟਰੀ ਦੁਆਰਾ ਹੀ ਕੀ ਕੀਤੇ ਜਾਂਦੇ ਨੇ ਫਿਕਸ ਕੀਤੇ ਜਾਂਦੇ ਨੇ ਤਦ ਕਹਿੰਦੇ ਇਹਦੇ ਵਿੱਚ ਕੀ ਆ ਜਿਵੇਂ ਆਪਾਂ ਨੇ ਪਹਿਲਾਂ ਹੀ ਦੇਖਿਆ ਸੀਗਾ ਕਿ ਬੇਸਿਕ ਅਸੰਪਸ਼ਨਸ ਕੀ ਸੀਗੀਆਂ ਆਪਣੀਆਂ ਜਿੱਥੇ ਐਫੀਸ਼ੀਐਂਸੀ ਗੇਨ ਕੀਤੀ ਜਾਂਦੀ ਹੈ ਕਹਿੰਦੇ ਮਾਰਕੀਟ ਅਵੇ from the path of efficiency and ultimately we give a common name as such situations
ਕਹਿੰਦੇ ਮਾਰਕੀਟ ਐਫੀਸ਼ੀਐਂਸੀ ਦੇ ਉਲਟ ਹੈ ਮਾਰਕੀਟ ਫੇਲਿयर। in that section we will examine 6 such sets of circumstances we have kept the treatment ultimately you ਆਪਾਂ ਕੀ ਵਿੱਚ ਦੇਖਾਂਗੇ 6 ਕਿਹੜੇ ਉਹ ਰੀਜ਼ਨਸ ਨੇ ਜਿਨ੍ਹਾਂ ਦੇ ਥਰੂ ਜਿਹੜਾ ਮਾਰਕੀਟ ਫੇਲਿਅਰ ਹੈ ਉਹ ਅਕਰ ਕਰਦਾ ਹੈ। ਤਾਂ ਉਸ ਤੋਂ ਬਾਅਦ ਆਪਾਂ ਫਿਰ ਇਹਨਾਂ ਦਾ ਸੋਲੂਸ਼ਨਸ ਵੀ ਦੇਖਾਂਗੇ ਜੋ ਗਵਰਨਮੈਂਟ ਦੇ ਥਰੂ ਕੀ ਆ ਹੁੰਦਾ ਹੈ। ਇਹ ਤਾਂ ਸੀ ਆਪਣੀਆਂ ਬੇਸਿਕ ਅਜ਼ੰਪਸ਼ਨਸ ਪਰਫੈਕਟ ਕੰਪੀਟੀਸ਼ਨ ਦੀਆਂ ਕਿਉਂਕਿ ਆਪਾਂ ਨੇ ਵਿੱਚ ਮਾਰਕੀਟ ਫੇਲਿਅਰ ਦੇਖਣਾ ਹੈ ਐਂਡ ਉਸ ਤੋਂ ਬਾਅਦ ਹੈ ਆਪਣਾ ਨੈਕਸਟ ਡਿਪਾਰਚਰ ਫਰੋਮ ਦਾ ਅਜ਼ੰਪਸ਼ਨਸ ਆਫ ਪਰਫੈਕਟ ਕੰਪੀਟੀਸ਼ਨਸ। ਕਹਿੰਦੇ ਇਹਨਾਂ ਤੋਂ ਇਲਾਵਾ ਆਪਾਂ ਨੇ ਇਹਦੇ ਵਿੱਚ ਇੰਪਲੀਕੇਸ਼ਨਸ ਦੇਖਣੀਆਂ ਨੇ ਆਫ ਪਰਫੈਕਟ ਕੰਪੀਟੀਸ਼ਨ ਇਨ ਪਾਰਟਿਕੂਲਰ ਐਫੀਸ਼ੀਐਂਸੀ ਇਨ ਪ੍ਰੋਡਕਸ਼ਨ ਟੈਕਨੀਕਲ ਐਫੀਸ਼ੀਐਂਸੀ ਐਂਡ ਐਫੀਸ਼ੀਐਂਸੀ ਇਨ ਐਲੋਕੇਸ਼ਨ ਆਫ ਡਿਫਰੈਂਟ ਰਿਸੋਰਸਿਸ ਅਮੰਗ ਡਿਫਰੈਂਟ ਯੂਜ਼ਸ ਐਂਡ ਫਰਮਸ and efficiency in decisions regarding product mix were ਪਹਿਲਾਂ ਆਪਾਂ ਨੇ ਦੇਖ ਚੁੱਕੇ ਹਾਂ। ਜਿਹੜੀ ਐਫੀਸ਼ੀਐਂਸੀ ਸੀ ਆਪਾਂ ਉਹਦੀ ਗੱਲ ਕਰ ਚੁੱਕੇ ਹਾਂ। ਪ੍ਰੀਟੋ ਦੇ ਅਕੋਰਡਿੰਗਸ ਕਹਿੰਦੇ ਆਪਣੇ ਡਿਫਰੈਂਟ ਟਾਈਪਸ ਆਫ ਐਫੀਸ਼ੀਐਂਸੀ ਸੀਗੀ। ਐਫੀਸ਼ੀਐਂਸੀ ਇਨ ਪ੍ਰੋਡਕਸ਼ਨ ਸੀਗੀ, ਐਫੀਸ਼ੀਐਂਸੀ ਇਨ ਟੈਕਨੋਲੋਜੀ ਸੀਗਾ, ਐਫੀਸ਼ੀਐਂਸੀ ਇਨ ਐਲੋਕੇਸ਼ਨਸ ਆਫ ਡਿਫਰੈਂਟ ਰਿਸੋਰਸਿਸ ਸੀਗਾ, ਠੀਕ ਹੈ, ਐਂਡ ਫਰਮਸ ਐਂਡ ਐਲੋਕੇਟਿਵ ਐਫੀਸ਼ੀਐਂਸੀ ਦੀ ਗੱਲ ਕੀਤੀ ਗਈ ਸੀਗੀ ਤੇ ਠੀਕ ਹੈ ਪ੍ਰੋਡਕਟ ਮਿਕਸ ਦੀ ਗੱਲ ਕੀਤੀ ਗਈ ਸੀਗੀ। ਤਾਂ ਐਫੀਸ਼ੀਐਂਸੀ ਇਨ ਜਰਨਲ ਮੀਨਸ ਪ੍ਰੀਟੋ ਐਫੀਸ਼ੀਐਂਸੀ। ਕਹਿੰਦੇ ਐਫੀਸ਼ੀਐਂਸੀ ਨੂੰ ਪ੍ਰੀਟੋ ਐਫੀਸ਼ੀਐਂਸੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਠੀਕ ਹੈ। efficiency in a perfectly competitive market firms and that of the perfectly competitive market economy। ਆਪਾਂ ਨੇ ਦੇਖਿਆ ਸੀਗਾ ਆਪਣੀ ਫਰਮ ਤੇ ਇਕਨੋਮੀ ਦੇ ਵਿੱਚ ਵੀ ਪਰਫੈਕਟਲੀ ਜਿਹੜੀ ਹੈ ਐਲੋਕੇਸ਼ਨ ਰਿਸੋਰਸ ਜਿਹੜੀ ਸੀਗੀ ਐਲੋਕੇਟਿਵ ਐਫੀਸ਼ੀਐਂਸੀ ਜਿਵੇਂ ਕਿ ਆਪਾਂ ਨੇ ਇਕਨੋਮੀ ਦੇ ਵਿੱਚ ਦੇਖਿਆ ਸੀਗਾ। ਇਕਨੋਮੀ ਦੇ ਵਿੱਚ ਕਹਿੰਦੇ ਡਿਮਾਂਡ ਐਂਡ ਸਪਲਾਈ ਦੇ ਥਰੂ ਜਿਹੜੀ ਆਪਣੀ ਹੈ ਐਲੋਕੇਟਿਵ ਐਫੀਸ਼ੀਐਂਸੀ ਦੇਖੀ ਜਾ ਸਕਦੀ ਹੈ। ਜਿੱਥੇ ਡਿਮਾਂਡ ਐਂਡ ਸਪਲਾਈ ਇਕੁਅਲ ਹੈ ਇਕਨੋਮੀ ਦੇ ਵਿੱਚ ਉੱਥੇ ਐਲੋਕੇਟਿਵ ਐਫੀਸ਼ੀਐਂਸੀ ਐਲੋਕੇਟਿਵ ਪ੍ਰੋਡਕਸ਼ਨ ਹੋ ਰਹੀ ਹੈ। ਐਂਡ ਇੱਕ ਫਰਮ ਦੇ ਵਿੱਚ ਕਹਿੰਦੇ ਆਪਾਂ ਨੇ ਕੀ ਦੇਖਿਆ ਸੀਗਾ ਮਾਰਜਨਲ ਕਾਸਟ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ, ਐਵਰੇਜ ਕਾਸਟ ਇਜ਼ ਇਕੁਅਲ ਟੂ ਐਵਰੇਜ ਰੈਵਨਿਊ। ਜਿੱਥੇ ਹੋਏਗੀ ਮੀਨਸ ਸਾਰੀਆਂ ਜਿਹੜੀਆਂ ਹੈਗੀਆਂ ਆਪਣੇ ਏਸੀ ਐਮਸੀ ਐਮਆਰ ਤੇ ਠੀਕ ਹੈ ਐਮਸੀ ਇਕੁਅਲਸ ਹੋਣਗੀਆਂ ਉੱਥੇ ਜਿਹੜਾ ਹੈ ਇਕੁਇਲਿਬਰੀਅਮ ਪ੍ਰਾਈਸ ਤੇ ਆਊਟਪੁੱਟ ਫਿਕਸ ਹੋਏਗੀ ਤਾਂ ਐਫੀਸ਼ੀਐਂਸੀ ਉੱਥੇ ਗੇਨ ਕੀਤੀ ਜਾਏਗੀ ਤੇ ਇੱਥੇ ਨਾਰਮਲ ਪ੍ਰੋਫਿਟ ਹੋਏਗਾ। ਕਹਿੰਦੇ ਇਸ ਤੋਂ ਇਲਾਵਾ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕਈ ਜਿਹੜੀਆਂ ਸਿਚੁਏਸ਼ਨਸ ਨੇ ਉਹ ਹੈਪਨ ਕਰਦੀਆਂ ਨੇ, ਕਈ ਸਿਚੁਏਸ਼ਨਸ ਆਉਂਦੀਆਂ ਨੇ ਜਿਵੇਂ ਕਿ ਇੰਪਲੀਕੇਸ਼ਨਸ ਫॉर ਐਫੀਸ਼ੀਐਂਸੀ ਇਨ ਐਲੋਕੇਟਿਵ ਐਂਡ ਡਿਸਟ੍ਰੀਬਿਊਸ਼ਨ ਆਫ ਵਿਚ ਪਾਰਟਿਕੂਲਰ ਟਾਈਪ ਆਫ ਡਿਪਾਰਚਰਸ। ਤਾਂ ਆਪਾਂ ਇਸ ਦੇ ਵਿੱਚ ਦੇਖਾਂਗੇ ਕਿ ਕਿਹੜੀ ਕਿਹੜੀ ਇੰਪਰਫੈਕਸ਼ਨਸ ਨੇ ਜਿਨ੍ਹਾਂ ਨਾਲ ਡੀਲ ਕਰਨਾ ਪੈਂਦਾ ਹੈ ਮਾਰਕੀਟ ਦੇ ਵਿੱਚ, ਠੀਕ ਹੈ। ਤੇ ਪੋਜ਼ਿਟਿਵ ਤੇ ਜਿਹੜੀਆਂ ਹੈ ਨੈਗੇਟਿਵ ਇਫੈਕਟਸ ਨੇ ਇਹਨਾਂ ਦੇ ਪੈ ਸਕਦੇ ਨੇ। ਕਹਿੰਦੇ ਐਕਸਟਰਨਲਿਟੀਜ਼ ਦੇ ਥਰੂ ਜਿਹੜੀ ਹੈ ਆਪਣੀ ਮਾਰਕੀਟ ਦੀ ਪੋਜੀਸ਼ਨ ਚੇਂਜ ਹੁੰਦੀ ਆ। ਜਿਹੜੀਆਂ ਐਕਸਟਰਨਲਿਟੀਜ਼ ਹੁੰਦੀਆਂ ਨੇ ਉਹ ਟੂ ਟਾਈਪਸ ਹੁੰਦੀਆਂ ਨੇ, ਪੋਜ਼ਿਟਿਵ ਵੀ ਹੋ ਸਕਦੀਆਂ ਨੇ ਤੇ ਨੈਗੇਟਿਵ ਵੀ ਹੋ ਸਕਦੀਆਂ ਨੇ। ਤਾਂ ਇਹਨਾਂ ਦਾ ਆਪਣੇ ਗੁੱਡਸ ਤੇ ਪੋਜ਼ਿਟਿਵ ਇਫੈਕਟ ਵੀ ਪੈ ਸਕਦਾ ਹੈ ਤੇ ਨੈਗੇਟਿਵ ਇਫੈਕਟ ਵੀ ਪੈ ਸਕਦਾ ਹੈ। ਦੋਨੇ ਤਰ੍ਹਾਂ ਦੀਆਂ ਜਿਹੜੇ ਹੈ ਇਫੈਕਟ ਪੈ ਸਕਦੇ ਨੇ। ਇੰਪਰਫੈਕਸ਼ਨਸ ਆਫ ਇਨਫੋਰਮੇਸ਼ਨ ਦਾ ਨਹੀਂ ਹੋਣਾ ਵੀ ਰੀਜ਼ਨ ਹੋ ਸਕਦਾ ਹੈ, ਐਡਵਰਸ ਸਿਲੈਕਸ਼ਨ ਵੀ ਰੀਜ਼ਨ ਹੋ ਸਕਦਾ ਹੈ ਐਂਡ ਮੋਰਲ ਹੈਜ਼ਰਡਸ ਵੀ ਜਿਹੜਾ ਰੀਜ਼ਨਸ ਹੋ ਸਕਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਰਸਟ ਰੀਜ਼ਨ ਦੀ ਜਿਹਦੇ ਕਰਕੇ ਮਾਰਕੀਟ ਫੇਲਿਅਰ ਹੁੰਦੀ ਹੈ। ਆਪਣੀ ਜਿਹੜੀਆਂ ਮਾਰਕੀਟ ਦੇ ਵਿੱਚ ਫਰਮਸ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਐਫੀਸ਼ੀਐਂਸੀ ਹੈ ਐਲੋਕੇਟਿਵ ਤੇ ਜਿਹੜੀ ਹੈ ਟੈਕਨੀਕਲ ਐਫੀਸ਼ੀਐਂਸੀ ਐਂਡ ਪ੍ਰੋਡਕਟਿਵ ਐਫੀਸ਼ੀਐਂਸੀ ਵਰਕ ਨਹੀਂ ਕਰਦੀ। ਕਈ ਰੀਜ਼ਨ ਦੇ ਕਰਕੇ ਮਾਰਕੀਟ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ ਨੇ ਜੋ ਫਰਮਸ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਉਹਨਾਂ ਦੀ ਕਾਸਟ ਇਨਕਰੀਜ਼ ਹੋ ਜਾਂਦੀ ਆ ਜਾਂ ਫਿਰ ਠੀਕ ਹੈ ਐਡਵਰਟਾਈਜ਼ਮੈਂਟ ਕਾਸਟ ਇਨਕਰੀਜ਼ ਹੋ ਜਾਂਦੀ ਆ, ਪ੍ਰੋਡਕਸ਼ਨ ਘਟ ਜਾਂਦੀ ਆ। ਤਾਂ ਉਹਨਾਂ ਰੀਜ਼ਨਸ ਦੇ ਵਿੱਚੋਂ ਫਰਸਟ ਰੀਜ਼ਨ ਹੈ ਇੰਪਰਫੈਕਟ ਮਾਰਕੀਟ। तो सब तो पहले आप देखते हैं imperfect market की होंगी है। कहते this occurs with violations of assumptions of perfect competition that the number of buyers and sellers in each market is very large. There are situations where some goods are produced and sold by one and some are fewer sellers as well as some goods purchased by a few buyers। देखो परफेक्ट कंपटीशन की गल करिए तो ਉਹਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ ਤੇ ਜਿਹੜੇ ਪ੍ਰੋਡਕਟਸ ਹੁੰਦੇ ਨੇ ਉਹ ਹੋਮੋਜੀਨੀਅਸ ਹੁੰਦੇ ਨੇ, ਇੱਕੋ ਤਰ੍ਹਾਂ ਦੇ ਪ੍ਰੋਡਕਟਸ ਨੇ ਜਿਹੜੇ ਸੇਲ ਕੀਤੇ ਜਾਂਦੇ ਨੇ ਤੇ ਪ੍ਰਾਈਸ ਵੀ ਕੀ ਹੁੰਦਾ ਹੈ ਸੇਮ ਹੁੰਦਾ ਹੈ। ਪ੍ਰਾਈਸ ਨੂੰ ਵੀ ਕੋਈ ਈਜ਼ੀਲੀ ਚੇਂਜ ਨਹੀਂ ਕਰ ਸਕਦਾ ਤੇ ਅਗਰ ਸੁਪਰ ਨਾਰਮਲ ਪ੍ਰੋਫਿਟ ਹੋ ਰਿਹਾ ਤਾਂ ਇਕਨੋਮੀ ਦੇ ਵਿੱਚ ਜਿਹੜੀਆਂ ਫਰਮਸ ਨੇ ਮਾਰਕੀਟ ਦੇ ਵਿੱਚ ਉਹ ਫਰਮ ਆਪਣੀ ਮਾਰਕੀਟ ਨੂੰ ਛੱਡ ਕੇ ਜਾ ਸਕਦੀਆਂ ਨੇ ਤੇ ਨਿਊ ਫਰਮਸ ਐਂਟਰ ਵੀ ਹੋ ਸਕਦੀਆਂ ਨੇ। ਲੇਕਿਨ ਇੰਪਰਫੈਕਟ ਮਾਰਕੀਟ ਅਗਰ ਆਪਣੀ ਇਕਨੋਮੀ ਦੇ ਵਿੱਚ ਆਪਣੀ ਮਾਰਕੀਟ ਦੇ ਵਿੱਚ ਮੀਨਸ ਕਿ ਲਾਰਜ ਨੰਬਰ ਆਫ ਬਾਇਰਸ ਤਾਂ ਸੈਲਰ ਹੈਗੇ ਨੇ ਲੇਕਿਨ ਕਹਿੰਦੇ ਜਿਹੜੇ ਸੈਲਰਸ ਨੇ ਉਹ ਫਿਊ ਵੀ ਹੋ ਸਕਦੇ ਨੇ ਤੇ ਵਨ ਵੀ ਹੋ ਸਕਦਾ ਹੈ। ਮੀਨਸ ਕਹਿੰਦੇ ਮਾਰਕੀਟ ਦੇ ਵਿੱਚ ਮੋਨੋਪੋਲੀ ਵੀ ਹੋ ਸਕਦੀ ਆ, ਮੋਨੋਪਲਿਸਟਿਕ ਵੀ ਹੋ ਸਕਦਾ ਹੈ ਤੇ ਓਲੀਗੋਪੋਲੀ ਵੀ ਹੋ ਸਕਦੀ ਆ, ਡਿਊਪੋਲੀ ਵੀ ਹੋ ਸਕਦੀ ਆ। ਜਦੋਂ ਕਹਿੰਦੇ ਇਹ ਸਾਰੀਆਂ ਮਾਰਕੀਟ ਦੇ ਵਿੱਚ ਫਰਮਸ ਆਉਂਦੀਆਂ ਨੇ ਪਰਫੈਕਟ ਕੰਪੀਟੀਸ਼ਨ ਦੇ ਨਾਲ ਕੰਪੀਟ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਆਪਣਾ ਜੋ ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਫਰਮਸ ਨੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਆ।
ਕਿਉਂਕਿ ਦੇਖੋ ਜਿਹੜੀਆਂ ਇਹ ਮੋਨੋਪੋਲੀ ਆ ਮੋਨੋਪੋਲੀ ਦੇ ਵਿੱਚ ਇੱਕ ਫਰਮ ਹੁੰਦੀ ਹੈ ਓਨਲੀ ਵਨ ਸੈਲਰ ਹੁੰਦਾ ਹੈ ਤਾਂ ਵਨ ਸੈਲਰ ਆਪਣੇ ਅਕੋਰਡਿੰਗ ਪ੍ਰਾਈਸਿਸ ਨੂੰ ਇਨਕਰੀਜ਼ ਡਿਕਰੀਜ਼ ਕਰਦਾ ਹੈ ਕਿਉਂਕਿ ਉਹਨਾਂ ਦਾ ਮੇਨ ਏਮ ਕੀ ਹੁੰਦਾ ਪ੍ਰੋਫਿਟ ਮੈਕਸਿਮਾਈਜੇਸ਼ਨ ਹੁੰਦਾ ਹੈ ਤਾਂ ਕਹਿੰਦੇ ਕਿਹੜੀ ਕਿਹੜੀ ਜਿਹੜੀਆਂ ਸਿਚੁਏਸ਼ਨਸ ਨੇ ਫੇਸ ਕਰਨੀਆਂ ਪੈਂਦੀਆਂ ਨੇ ਵੇਅਰ ਸਮ ਗੁੱਡਸ ਆਰ ਪ੍ਰੋਡਿਊਸਡ ਐਂਡ ਸੋਲਡ ਬਾਈ ਵਨ ਸੈਲਰ this is also called monopoly market structure ਤੁਹਾਨੂੰ ਪਤਾ ਹੀ ਹੈ ਕਿ ਜਿੱਥੇ one good ਨੂੰ one seller one firm ਸੇਲ ਕਰਦੀ ਹੈ ਤੇ large number of buyers ਹੁੰਦੇ ਨੇ ਤੇ ਉੱਥੇ monopoly ਹੁੰਦੀ ਆ ਤੇ ਉੱਥੇ ਜਿਹੜੀ market structure ਹੈ ਉਹਦੇ ਵਿੱਚ ਨੀਚੇ ਵਾਲੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਫੇਸ ਕਰਨੀਆਂ ਪੈਂਦੀਆਂ ਨੇ ਦਾ ਫਰਸਟ ਇਜ਼ ਵੇਅਰ ਸਮ Indian Railway has monopoly in railroad transportation ਫਸਟ ਐਗਜ਼ਾਮਪਲ ਹੈ ਜਿਵੇਂ ਕਿ ਰੇਲ ਰੋਡ ਟਰਾਂਸਪੋਰਟੇਸ਼ਨ ਤੇ ਜਿਹੜੀ ਮੋਨੋਪੋਲੀ ਉਹ ਇੰਡੀਅਨ ਰੇਲਵੇ ਦੀ ਹੈ ਐਂਡ ਇਲੈਕਟ੍ਰਿਸਿਟੀ ਬੋਰਡ ਹੈਜ਼ ਮੋਨੋਪੋਲੀ ਇਨ देयर ਰਿਸਪੈਕਟਿਵ ਸਟੇਟਸ ਇਲੈਕਟ੍ਰਿਸਿਟੀ ਬੋਰਡ ਦੀ ਵੀ ਆਪਣੀ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਕੀ ਆ ਫੁੱਲ ਕੰਟਰੋਲ ਹੈ ਇਲੈਕਟ੍ਰਿਸਿਟੀ ਤੇ ਇਸ ਤਰ੍ਹਾਂ ਇਹਦੇ ਵਿੱਚ ਕੀ ਹੁੰਦੀ ਹੈ ਮੋਨੋਪੋਲੀ ਆਉਂਦੀ ਆ ਤਾਂ ਮੋਨੋਪੋਲੀ ਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਉਹ ਪ੍ਰੋਫਿਟ ਮੈਕਸਿਮਾਈਜੇਸ਼ਨ ਦੇ ਲਈ ਐਦਾਂ ਦੀਆਂ ਜਿਹੜੀਆਂ ਹੈ ਚੇਂਜਸ ਕਰਦੇ ਨੇ ਆਪਣੀ ਪ੍ਰੋਡਕਸ਼ਨ ਦੇ ਵਿੱਚ ਆਪਣੇ ਪ੍ਰੋਡਕਸ਼ਨ ਦੇ ਪ੍ਰਾਈਸਿਸ ਦੇ ਵਿੱਚ ਤਾਂ ਜੋ ਜਿਹੜਾ ਹੈ ਉਹਨਾਂ ਦੇ ਪ੍ਰੋਡਕਟਸ ਜ਼ਿਆਦਾ ਤੋਂ ਜ਼ਿਆਦਾ ਸੇਲ ਹੋਣ and the second is where some goods are produced and sold by few sellers there is called oligopoly ਜਿੱਥੇ ਕਹਿੰਦੇ few sellers ਦੇ ਦੁਆਰਾ ਕੁਝ ਜਿਹੜੇ ਪ੍ਰੋਡਕਟਸ ਨੇ ਸੇਲ ਕੀਤੇ ਜਾਣ ਤੇ large number of buyers ਹੋਣ ਤਾਂ ਉਹਨੂੰ oligopoly ਕਹਿੰਦੇ ਆ ਜਿਵੇਂ ਕਿ 에ਅਰਲਾਈਨ ਇੰਡਸਟਰੀ has few providers like 에ਅਰਲਾਈਨ ਇੰਡਸਟਰੀ ਕਹਿੰਦੇ ਆਪਣੇ oligopoly ਦੇ ਵਿੱਚ ਆਉਂਦੀ ਹੈ ਕਿਉਂਕਿ ਇਹਦੇ ਵਿੱਚ ਜੈਟ 에ਅਰਵੇ ਇੰਡੀਅਨ 에ਅਰ ਇੰਡੀਆ ਐਂਡ ਇੰਡੀਗੋ ਆ ਜਿਹੜੀ ਉਹ 에ਅਰਲਾਈਨ ਸਰਵਿਸਿਜ਼ ਨੇ ਜਿਹੜੀਆਂ ਉਹ ਪ੍ਰੋਵਾਈਡ ਕਰਦੀਆਂ ਐਂਡ ਮੋਬਾਈਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੀਆਂ ਨੇ ਲਾਈਕ 에ਅਰਟੈਲ ਵੋਡਾਫੋਨ ਰਿਲਾਇੰਸ ਤਾਂ ਇਹ ਵੀ oligopoly ਦੇ ਵਿੱਚ ਆਉਂਦੀਆਂ ਨੇ ਕਿਉਂਕਿ ਫੋਰ ਫਰਮਸ ਹੁੰਦੀਆਂ ਨੇ ਜੋ ਮੋਬਾਈਲ ਸਰਵਿਸਿਜ਼ ਨੇ ਸਾਨੂੰ ਪ੍ਰੋਵਾਈਡ ਕਰਦੀਆਂ ਨੇ ਐਂਡ ਆਟੋਮੋਬਾਈਲ ਇੰਡਸਟਰੀ ਲਾਈਕ Honda ਐਂਡ Maruti ਵੀ ਜਿਹੜੀ ਹੈ oligopoly ਦੇ ਵਿੱਚ ਹੀ ਆਉਂਦੀ ਆ ਐਂਡ ਉਸ ਤੋਂ ਬਾਅਦ there are few buyers of products this is called oligopolistics एग्रीकल्चर प्रोडक्ट्स लाइक जिमें कि कोका हो गया टी हो गया तंबाकू हो गया आर फ्यू बिग बाइंग इंडस्ट्रीज कहते कुछ जो बिग इंडस्ट्रीज ने ਉਹੀ ਇਹਨਾਂ ਨੂੰ ਪ੍ਰੋਡਿਊਸ ਕਰਦੀਆਂ ਨੇ ਐਗਰੀਕਲਚਰ ਪ੍ਰੋਡਕਟਸ ਨੂੰ ਜਿਵੇਂ ਕਿ ਕੋਕਾ ਐਂਡ ਟੀ ਐਂਡ tobacco and Indian Railway in only employers four locomotive engineer in the country ਠੀਕ ਹੈ ਇਹ ਸੀਗੀਆਂ ਆਪਣੀਆਂ ਐਗਜ਼ਾਮਪਲਸ ਆਫ ਡਿਫਰੈਂਟ ਜਿਹੜੀਆਂ ਮਾਰਕੀਟ ਨੇ ਉਹਨਾਂ ਦੀਆਂ ਤਾਂ ਜਿਹੜੀਆਂ ਇਹ ਡਿਫਰੈਂਟ ਮਾਰਕੀਟਸ ਨੇ ਜਦੋਂ ਆਪਣੀ ਇਕਨੋਮੀ ਦੇ ਵਿੱਚ ਹੋਣ ਆਪਣੀ ਮਾਰਕੀਟ ਦੇ ਵਿੱਚ ਡਿਫਰੈਂਟ ਫਰਮਸ ਹੋਣ ਤਾਂ ਕਹਿੰਦੇ ਜਿਹੜਾ ਪਰਫੈਕਟ ਕੰਪੀਟੀਸ਼ਨ ਹੈ ਉਹਨੂੰ ਇਹਨਾਂ ਦਾ ਕੰਪੀਟ ਕਰਨਾ ਪੈਂਦਾ ਕੰਪੀਟੀਸ਼ਨ ਕਰਨਾ ਪੈਂਦਾ ਇਹਨਾਂ ਦੇ ਇੱਕ ਦੂਸਰੇ ਦੇ ਰਾਈਵਲਸ ਹੁੰਦੇ ਨੇ ਤਦ ਕਹਿੰਦੇ ਮੋਸਟਲੀ ਮਾਰਕੀਟ ਜਿਹੜੀਆਂ ਫੇਲੀਅਰਸ ਨੇ ਆਪਣੀ ਮਾਰਕੀਟ ਦੇ ਵਿੱਚ ਉਹ ਕੀ ਕਰਦੀਆਂ ਨੇ ਅਕਰ ਕਰਦੀਆਂ ਨੇ ਕਿਉਂਕਿ ਇਹਨਾਂ ਦੇ ਜਿਹੜੇ ਬਿਹੇਵਸ ਨੇ ਆਬਜੈਕਟਿਵਸ ਨੇ ਉਹ ਵੀ ਕੀ ਹੁੰਦੇ ਨੇ ਡਿਫਰੈਂਟ ਹੁੰਦੇ ਨੇ ਐਂਡ ਦਾ ਸੈਕੰਡ ਰੀਜ਼ਨ ਇਜ਼ ਐਕਸਟਰਨਲਿਟੀਜ਼ ਕਹਿੰਦੇ ਸੈਕੰਡ ਰੀਜ਼ਨ ਮਾਰਕੀਟ ਫੇਲੀਅਰ ਦਾ ਐਕਸਟਰਨਲਿਟੀਜ਼ ਹੈ ਐਕਸਟਰਨਲਿਟੀਜ਼ ਕੀ ਹੁੰਦੀਆਂ ਨੇ ਕਹਿੰਦੇ ਐਕਸਟਰਨਲਿਟੀਜ਼ ਅਕਰ ਵੈਨ ਦਾ ਵਾਇਓਲੇਸ਼ਨ ਆਫ ਅਜ਼ੰਪਸ਼ਨਸ ਇਨਟੇਲ ਕਾਸਟ ਔਰ ਬੈਨੀਫਿਟਸ ਟੂ ਥਰਡ ਪਾਰਟੀ ਕਹਿੰਦੇ ਜਦੋਂ ਟੂ ਪਾਰਟੀਆਂ ਤਾਂ ਹੁੰਦੀਆਂ ਨੇ ਬਾਇਰਸ ਐਂਡ ਸੈਲਰਸ ਕਹਿੰਦੇ ਜਦੋਂ ਟੂ ਪਾਰਟੀਆਂ ਤੋਂ ਇਲਾਵਾ ਮੀਨਸ ਪ੍ਰੋਡਿਊਸਰ ਤੇ ਕੰਜ਼ਿਊਮਰ ਤੋਂ ਇਲਾਵਾ ਜਿਹੜੀ ਥਰਡ ਪਾਰਟੀ ਆ ਉਹ ਐਂਟਰ ਹੁੰਦੀ ਆ ਥਰਡ ਪਾਰਟੀ ਦੇ ਜਿਹੜੇ ਕਾਸਟ ਤੇ ਬੈਨੀਫਿਟਸ ਹੁੰਦੇ ਨੇ ਉਹ ਟੂ ਪਾਰਟੀਆਂ ਨੂੰ ਅਫੈਕਟ ਕਰਦੇ ਨੇ ਤਦ ਕਹਿੰਦੇ ਉਹਨਾਂ ਨੂੰ ਕੀ ਬੋਲਿਆ ਜਾਂਦਾ ਹੈ ਐਕਸਟਰਨਲਿਟੀਜ਼ ਬੋਲਿਆ ਜਾਂਦਾ ਹੈ ਬਾਹਰੀ ਤਾਕਤਾਂ ਬੋਲਿਆ ਜਾਂਦਾ ਹੈ in other words ਆਪਾਂ ਕਹਿ ਸਕਦੇ ਹਾਂ one person's action affect another person's well-being positively or negatively for example ਜਿਵੇਂ ਕਿ one person's ਦੇ behave ਦਾ ਜਾਂ ਜੋ ਵੀ ਉਹ ਲੈ ਰਿਹਾ ਉਹਦਾ ਇਫੈਕਟ ਕਿਸੇ ਦੂਸਰੇ ਪਰਸਨਸ ਤੇ ਪੈਂਦਾ ਹੈ ਜਾਂ ਤਾਂ ਅੱਛਾ ਪੋਜ਼ਿਟਿਵ ਇਫੈਕਟ ਪੈਂਦਾ ਹੈ ਜਾਂ ਨੈਗੇਟਿਵ ਇਫੈਕਟ ਪੈਂਦਾ ਹੈ ਤਾਂ ਰੈਲੇਵੈਂਟ ਕਾਸਟ ਔਰ ਬੈਨੀਫਿਟਸ ਅਕਰਸ ਕਹਿੰਦੇ ਇਹਦੇ ਥਰੂ ਕਾਸਟ ਜਿਵੇਂ ਕਿ ਫਰਮਸ ਦੇ ਵਿੱਚ ਇਨਕਰੀਜ਼ ਵੀ ਹੋ ਸਕਦੀ ਹੈ ਡਿਕਰੀਜ਼ ਵੀ ਹੋ ਸਕਦੀ ਹੈ ਠੀਕ ਹੈ ਅਨਦਰ ਪਰਸਨ ਦੇ ਥਰੂ ਥਰਡ ਪਰਸਨ ਦੇ ਥਰੂ For example, ਜਿਵੇਂ ਕਿ a smoker will enjoy smoking and smoke alone. ਇਹ ਹੈ ਨੈਗੇਟਿਵ ਇਫੈਕਟ ਕਹਿੰਦੇ ਜਿਹੜਾ ਸਮੋਕਰ ਹੈ ਉਹ ਇਕੱਲਾ ਸਿਗਰਟ ਪੀਂਦਾ ਹੈ ਲੇਕਿਨ ਇਹਨਾਂ ਦੇ ਜਿਹੜੇ ਨੁਕਸਾਨ ਨੇ ਉਹ ਆਲੇ ਦੁਆਲੇ ਪੀਪਲ ਨੂੰ ਵੀ ਹੁੰਦੇ ਨੇ ਜੋ ਇਹਦੇ ਨੀਅਰ ਬਾਈ ਨੇ ਉਹ ਵੀ ਇਸ ਤੋਂ ਅਫੈਕਟ ਹੁੰਦੇ ਨੇ ਸਮੋਕ ਤੋਂ ਅਨਦਰ ਐਗਜ਼ਾਮਪਲ ਕੀ ਲੈ ਸਕਦੇ ਹਾਂ ਜਿਵੇਂ ਕਿ ਪ੍ਰਾਈਵੇਟ ਫੰਕਸ਼ਨਸ ਵੇਅਰ ਦਾ ਲਾਊਡ ਮਿਊਜ਼ਿਕ ਜਿਵੇਂ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈ ਤੇ ਉੱਥੇ ਲਾਊਡ ਮਿਊਜ਼ਿਕ ਡੀਜੇ ਸਿਸਟਮ ਚੱਲ ਰਿਹਾ ਤੇ ਨਾਲ ਦੇ ਜਿਹੜੇ ਹੈ ਨੇਬਰਸ ਉਹਨਾਂ ਦੇ ਬੱਚੇ ਪੜ ਰਹੇ ਨੇ ਤਾਂ ਉਹ ਉਹਨਾਂ ਦੇ ਲਈ ਕੀ ਆ ਪ੍ਰੋਬਲਮੈਟਿਕ ਹੈ ਜੋ ਹੈ ਪ੍ਰੋਬਲਮ ਕ੍ਰੀਏਟ ਕਰਦਾ ਹੈ ਇਸੇ ਤਰ੍ਹਾਂ ਬਿਜ਼ਨਸ ਦੇ ਵਿੱਚ ਵੀ ਨੈਗੇਟਿਵ ਇਫੈਕਟਸ ਪੈ ਸਕਦੇ ਨੇ ਐਕਸਟਰਨਲਿਟੀਜ਼ ਤੇ ਉਸ ਤੋਂ ਇਲਾਵਾ ਕਹਿੰਦੇ ਕੀ ਹੁੰਦਾ ਹੈ ਪੋਜ਼ਿਟਿਵ ਇਫੈਕਟ ਦੇ ਵਿੱਚ ਜਿਵੇਂ ਕਿ ਇੱਕ ਪਰਸਨ ਹੈ ਉਹਨੇ ਗਾਰਡਨਿੰਗ ਕੀਤੀ ਹੈ ਆਪਣੇ ਹਾਊਸ ਦੇ ਅੱਗੇ ਤਾਂ ਉਸ ਦੀ ਗਾਰਡਨਿੰਗ ਦੇ ਥਰੂ ਜਿੰਨੇ ਆਲੇ ਦੁਆਲੇ ਦੇ ਨੇਬਰਸ ਨੇ ਉਹਨਾਂ ਨੂੰ ਵੀ
ਪੋਜ਼ਿਟਿਵ ਇਫੈਕਟ ਪਏਗਾ। ਉਹ ਵੀ ਗਾਰਡਨਿੰਗ ਦੇ ਵਿੱਚ ਪਾਰਕ ਦੇ ਵਿੱਚ ਕਦੇ ਬੈਠ ਕੇ ਆ ਸਕਦੇ ਨੇ ਤੇ ਸਮੈਲ ਅੱਛੀ ਆਏਗੀ ਉਹਨਾਂ ਨੂੰ, ਠੀਕ ਹੈ, ਪੋਜ਼ਿਟਿਵ ਵਾਈਬ੍ਰੇਸ਼ਨਸ ਆਉਣਗੀਆਂ। ਤਾਂ ਪੋਜ਼ਿਟਿਵ ਤੇ ਨੈਗੇਟਿਵ ਟੂ ਟਾਈਪਸ ਦੇ ਜਿਹੜੇ ਇਫੈਕਟ ਨੇ ਐਕਸਟਰਨਲਿਟੀਜ਼ ਦੇ ਥਰੂ ਪੈਂਦੇ ਨੇ ਆਪਣੇ ਬਿਜ਼ਨਸ ਤੇ ਵੀ ਤੇ ਥਰਡ ਪਾਰਟੀ ਦੇ ਥਰੂ ਜੋ ਹੈ ਪਰਸਨਸ ਉਹਨਾਂ ਦੇ ਵੀ, ਤਾਂ ਇਸ ਦੇ ਥਰੂ ਵੀ ਮਾਰਕੀਟ ਫੇਲਿਅਰਸ ਅਗਰ ਕਰ ਸਕਦਾ ਹੈ। ਐਂਡ ਦਾ ਥਰਡ ਇਜ਼ ਪਬਲਿਕ ਗੁਡਸ। ਕਹਿੰਦੇ ਪਬਲਿਕ ਗੁਡਸ ਕੀ ਹੁੰਦਾ ਹੈ, ਅਨਦਰ ਮੇਜਰ source of inefficiency of market failures lies in the fact that there are some goods which are not in interest or private sellers or firms to produce। ਕਹਿੰਦੇ ਪਬਲਿਕ ਗੁੱਡਸ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਣੇ ਜਿਹੜੇ ਪ੍ਰਾਈਵੇਟ ਫਰਮਸ ਹੁੰਦੀਆਂ ਨੇ ਤੇ ਸੈਲਰਸ ਹੁੰਦੇ ਨੇ ਉਹ ਕੋਈ ਵੀ ਇੰਟਰਸਟ ਨਹੀਂ ਲੈਂਦੇ ਉਹਨਾਂ ਨੂੰ ਪ੍ਰੋਡਿਊਸ ਕਰਨ ਦੇ ਵਿੱਚ। these goods are usually beneficial for the society but private firms find no reason to produce them। ਕਹਿੰਦੇ ਇਹਨਾਂ ਦੇ ਥਰੂ ਜਿੰਨੀ ਵੀ ਸੁਸਾਇਟੀ ਆਪਣੇ ਪਬਲਿਕ ਗੁੱਡਸ ਦੇ ਥਰੂ ਸਾਰੀ ਸੁਸਾਇਟੀ ਨੂੰ ਬੈਨੀਫਿਟਸ ਹੁੰਦਾ ਹੈ ਲੇਕਿਨ ਪ੍ਰਾਈਵੇਟ ਸੈਕਟਰਸ ਇਹਨਾਂ ਦੇ ਵਿੱਚ ਕੋਈ ਵੀ ਪ੍ਰੋਡਕਸ਼ਨ ਨਹੀਂ ਕਰਦਾ। ਸੋ ਇਨ ਅਦਰ ਵਰਡਸ ਪਬਲਿਕ ਗੁੱਡਸ ਆਰ ਦੋਜ਼ ਗੁੱਡਸ whose consumption cannot be restricted to only those who pay for them। For instance, road lights will beneficial all who use the road, what the objects wires cannot be identified and charged for it। ਫॉर एग्जाम्पल जिमें कि ਜਿਹੜਾ ਪ੍ਰਾਈਵੇਟ ਸੈਕਟਰ ਉਹਦੇ ਵਿੱਚ ਇਨਵੈਸਟ ਨਹੀਂ ਕਰਦਾ, ਸਿਰਫ ਪਬਲਿਕ ਸੈਕਟਰ ਕਰਦਾ ਹੈ ਲੇਕਿਨ ਜਿਹੜਾ ਆਪਣਾ ਬੈਨੀਫਿਟ ਹੁੰਦਾ ਹੈ ਉਹ ਸਾਰੀ ਸੋਸਾਇਟੀ ਨੂੰ ਹੁੰਦਾ ਹੈ, ਸਾਰੇ ਪਰਸਨਸ ਨੂੰ ਹੁੰਦਾ ਹੈ, ਪ੍ਰਾਈਵੇਟ ਸੈਕਟਰ ਨੂੰ ਵੀ ਹੁੰਦਾ ਹੈ। ਫॉर एग्जाम्पल ਜਿਵੇਂ ਕਿ ਟਰਾਂਸਪੋਰਟੇਸ਼ਨ ਸਿਸਟਮਸ, ਠੀਕ ਹੈ, ਆਪਣਾ ਰੋਡਸ ਬਣਾਉਣਾ ਤਾਂ ਰੋਡਸ ਦੀ ਫੈਸਿਲਿਟੀ ਆਪਣੀ ਸਾਰੀ ਸੋਸਾਇਟੀ ਲੈ ਰਹੀ ਹੈ, ਪਬਲਿਕ ਦੇ ਨਾਲ ਪ੍ਰਾਈਵੇਟ ਜਿਹੜਾ ਸੈਕਟਰ ਹੈ ਉਹ ਵੀ ਲੈ ਰਿਹਾ ਹੈ। ਉਸ ਤੋਂ ਇਲਾਵਾ ਕਹਿੰਦੇ ਜਿਵੇਂ ਕਿ ਲਾਈਟਿੰਗ ਦੀ ਫੈਸਿਲਿਟੀ ਹੈ ਰੋਡਸ ਤੇ ਜੋ ਲੱਗੀ ਹੋਈ ਹੈ ਉਹ ਵੀ ਪਬਲਿਕ ਪਲੱਸ ਪ੍ਰਾਈਵੇਟ ਸੈਕਟਰ ਦੋਨੇ ਲੈ ਰਹੇ ਨੇ, ਪੂਰੀ ਸੋਸਾਇਟੀ ਲੈ ਰਹੀ ਹੈ। ਚਾਹੇ ਕਹਿੰਦੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਪੇ ਕਰੇ ਚਾਹੇ ਨਾ ਕਰੇ, ਕਹਿੰਦੇ ਇਹਨੂੰ ਐਕਸਕਲੂਡ ਨਹੀਂ ਕੀਤਾ ਜਾ ਸਕਦਾ। ਪ੍ਰਾਈਵੇਟ ਸੈਕਟਰਸ ਕਹਿੰਦੇ ਇਹ ਫੈਸਿਲਿਟੀ ਲੈਂਦਾ ਹੀ ਲੈਂਦਾ ਹੈ। ਤੇ ਇਸ ਤੋਂ ਇਲਾਵਾ ਆਪਾਂ ਇਹ ਕਹਿ ਸਕਦੇ ਹਾਂ ਕਹਿੰਦੇ ਐਕਸਕਲੂਡ ਕੁਝ ਨਹੀਂ ਕੀਤਾ ਜਾ ਸਕਦਾ ਚਾਹੇ ਟੈਕਸ ਪੇ ਹੋਵੇ ਹਾਈਵੇ ਦੇ ਲਈ ਚਾਹੇ ਨਾ ਹੋਵੇ। ਅਨਦਰ ਕਲਾਸਿਕਲ ਐਗਜ਼ਾਮਪਲ ਇਜ਼ ਡਿਫੈਂਸ ਸਰਵਿਸਿਜ਼ ਵਿਚ ਪ੍ਰੋਟੈਕਟ ਹੋਲ ਸੋਸਾਇਟੀ। ਥੀਸ ਗੁੱਡਸ ਐਂਡ ਸਰਵਿਸਿਜ਼ ਆਰ ਕਾਲਡ ਪਬਲਿਕ ਗੁੱਡਸ ਔਰ ਸੋਸ਼ਲ ਗੁੱਡਸ। ਕਹਿੰਦੇ ਹੁਣ ਡਿਫੈਂਸ ਦੇ ਲਈ ਜੋ ਵੀ ਗੁੱਡਸ ਬਣਦੀਆਂ ਨੇ ਉਹ ਵੀ ਪਬਲਿਕ ਗੁੱਡਸ ਤੇ ਸੋਸ਼ਲ ਗੁੱਡਸ ਹੁੰਦੀਆਂ ਨੇ ਤੇ ਡਿਫੈਂਸ ਦੇ ਲਈ ਜੋ ਗੁੱਡਸ ਬਣਦੀਆਂ ਨੇ ਉਹ ਸਾਰੇ ਸੈਕਟਰ ਸਾਰੀ ਸੁਸਾਇਟੀ ਨੂੰ ਕੀ ਆ ਸਿਕਿਉਰਿਟੀ ਦਿੰਦੀਆਂ ਨੇ, ਸਿਕਿਉਰਿਟੀ ਪ੍ਰੋਵਾਈਡ ਕਰਦੀਆਂ ਨੇ। ਕਹਿੰਦੇ ਇਹਨਾਂ ਬੈਨੀਫਿਟ ਸਾਰੀ ਸੋਸਾਇਟੀ ਨੂੰ ਹੁੰਦਾ। ਆ ਪਬਲਿਕ ਗੁੱਡਸ ਹੈਜ਼ ਟੂ ਕੀ ਕਰੈਕਟਰਿਸਟਿਕਸ। ਕਹਿੰਦੇ ਪਬਲਿਕ ਗੁੱਡਸ ਦੀਆਂ ਟੂ ਕਹਿੰਦੇ ਮੇਨ ਜਿਹੜੇ ਫੀਚਰਸ ਨੇ ਉਹ ਨੇ ਤਾਂ ਇਟਸ ਕੰਜ਼ੰਪਸ਼ਨ ਇਜ਼ ਨॉन ਐਕਸਕਲੂਡੇਬਲ ਐਂਡ ਨॉन ਰਾਈਵਲ। ਕਹਿੰਦੇ ਜਿਹੜੀ ਇਹਨਾਂ ਦੀ ਕੰਜ਼ੰਪਸ਼ਨ ਹੁੰਦੀ ਹੈ ਨॉन ਐਕਸਕਲੂਡੇਬਲ ਹੈ। ਨॉन ਐਕਸਕਲੂਡੇਬਲ ਮੀਨਸ ਕਹਿੰਦੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕੱਢਿਆ ਨਹੀਂ ਜਾ ਸਕਦਾ ਕਿ ਤੁਸੀਂ ਪਬਲਿਕ ਗੁੱਡਸ ਨੂੰ ਨਾ ਵਰਤੋ ਕਿਸੇ ਵੀ ਪਰਸਨਸ ਨੂੰ ਸੋਸਾਇਟੀ ਦੇ ਨੂੰ, ਚਾਹੇ ਉਹ ਪੇ ਕਰੇ ਚਾਹੇ ਨਾ ਪੇ ਕਰੇ। ਐਂਡ ਥੀਸ ਕਹਿੰਦੇ ਆਪਾਂ ਇਹਨਾਂ ਨੂੰ ਬਾਈ ਐਗਜ਼ਾਮਪਲਸ ਦੇਖਾਂਗੇ, ਠੀਕ ਹੈ। ਕਹਿੰਦੇ ਇਟ ਡਿਫਿਕਲਟ ਫॉर ਮਾਰਕੀਟ ਪ੍ਰੋਡਿਊਸਰਸ ਟੂ ਸੈਲ ਦਾ ਗੁੱਡਸ ਟੂ ਇੰਡੀਵਿਜੂਅਲਸ ਕੰਜ਼ਿਊਮਰਸ। ਕਹਿੰਦੇ ਜਿੰਨੇ ਵੀ ਕਹਿੰਦੇ ਪਬਲਿਕ ਗੁੱਡਸ ਕਹਿੰਦੇ ਸਰਵਿਸਿਜ਼ ਦਿੱਤੀਆਂ ਜਾਣਗੀਆਂ ਉਹ ਸਾਰੇ ਕਹਿੰਦੇ ਜਿਹੜੇ ਆਪਣੇ ਪਰਸਨਸ ਨੇ ਉਹ ਲੈ ਸਕਦੇ ਨੇ ਤੇ ਸਾਰੇ ਪ੍ਰੋਡਿਊਸਰਸ ਕਹਿੰਦੇ ਨੇ ਜਿਹੜੇ ਪਬਲਿਕ ਗੁੱਡਸ ਨੂੰ ਪ੍ਰੋਡਿਊਸ ਨਹੀਂ ਕਰਦੇ। ਤੇ ਇਹਦੇ ਟੂ ਮੇਨ ਜਿਹੜੇ ਹੈ ਫੀਚਰਸ, ਫਸਟ ਇਜ਼ ਨॉन ਐਕਸਕਲੂਡੇਬਿਲਿਟੀ ਐਂਡ ਸੈਕੰਡ ਇਜ਼ ਅ ਨॉन ਰਾਈਵਲੀ। ਤਾਂ ਫਸਟਲੀ ਆਪਾਂ ਦੇਖਦੇ ਹਾਂ ਨॉन ਐਕਸਕਲੂਜਨ ਮੀਨਸ ਨॉन ਐਕਸਕਲੂਡੇਬਿਲਿਟੀ। ਤਾਂ ਇਹਦਾ ਮਤਲਬ ਕੀ ਆ, ਨॉन ਐਕਸਕਲੂਡੇਬਿਲਿਟੀ ਮੀਨਸ that we cannot exclude non-payer from consuming it। ਕਹਿੰਦੇ ਜਿੰਨੀਆਂ ਵੀ ਪਬਲਿਕ ਗੁੱਡਸ ਨੇ ਉਹਨਾਂ ਨੂੰ ਜਦੋਂ ਯੂਜ਼ ਕਰਨਾ ਹੈ ਤਾਂ ਜਿਹੜੇ ਨਾਨ ਪੇਅਰ ਨੇ ਉਹ ਪਬਲਿਕ ਗੁੱਡਸ ਦੇ ਲਈ ਕੁਝ ਵੀ ਪੇ ਨਹੀਂ ਕਰ ਸਕਦੇ, ਆਪਾਂ ਉਹਨਾਂ ਨੂੰ ਐਕਸਕਲੂਡ ਨਹੀਂ ਕਰ ਸਕਦੇ। ਫॉर एग्जांपल डिफेंस सर्विसेज एट नेशनल बॉर्डर प्रोटेक्ट होल नेशन। ਜਿਹੜੀ ਡਿਫੈਂਸ ਸਰਵਿਸਿਜ਼ ਆਫ ਪਬਲਿਕ ਦੇ ਥਰੂ ਦਿੱਤੀ ਜਾਂਦੀ ਹੈ, ਗਵਰਨਮੈਂਟ ਦੇ ਥਰੂ ਦਿੱਤੀ ਜਾਂਦੀ ਹੈ, ਕਹਿੰਦੇ ਉਹਨਾਂ ਦੇ ਵਿੱਚੋਂ ਆਪਾਂ ਕਿਸੇ ਨੂੰ ਨਹੀਂ ਕੱਢ ਸਕਦੇ, ਕਿਸੇ ਦੀ ਸੁਰੱਖਿਆ ਕਿਸੇ ਨੂੰ ਐਵੇਂ ਨਹੀਂ ਕਹਿ ਸਕਦੇ ਕਿ ਤੁਹਾਡੀ ਸੁਰੱਖਿਆ ਅਸੀਂ ਨਹੀਂ ਕਰਨੀ ਕਿਉਂਕਿ ਪੂਰੀ ਨੇਸ਼ਨ ਦੇ ਲਈ ਕੀਤੀ ਜਾਂਦੀ ਹੈ। ਨੋ ਵਨ can be excluded from the protection। ਕਹਿੰਦੇ ਪ੍ਰੋਟੈਕਸ਼ਨ ਤੋਂ ਕੋਈ ਵੀ ਨਹੀਂ ਕੱਢਿਆ ਜਾ ਸਕਦਾ। opposite this is an excludable goods। ਕਹਿੰਦੇ ਜਿਹੜੀਆਂ ਪ੍ਰਾਈਵੇਟਸ ਹੁੰਦੀਆਂ ਨੇ ਪ੍ਰਾਈਵੇਟ ਸੈਕਟਰ ਦੇ ਅੰਦਰ ਹੁੰਦੀਆਂ ਨੇ ਉਹ excludable goods ਹੁੰਦੀਆਂ ਨੇ। if one needs phone services they have to buy the phone and pay the ਕਾਲ ਚਾਰਜ। ਮਤਲਬ ਜੋ ਕਿਸੇ ਨੇ ਵੀ ਪ੍ਰਾਈਵੇਟ ਸਰਵਿਸਿਜ਼ ਲੈਣੀ ਹੈ, ਫੋਨ ਲੈਣਾ ਹੈ ਤਾਂ ਉਹਨੂੰ ਚਾਰਜ ਵੀ ਪੇ ਕਰਨਾ ਪਏਗਾ ਤੇ ਫੋਨ ਵੀ ਕੀਆ ਲੈਣਾ ਪਏਗਾ। ਉਹ ਕਹਿੰਦਾ ਐਕਸਕਲੂਡੇਬਲ ਤੇ ਨॉन ਐਕਸਕਲੂਡੇਬਲ ਜਦੋਂ ਪਬਲਿਕ ਗੁੱਡਸ ਦੀ
ਸਬਸਿਡਿਜ਼ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਕੱਢਿਆ ਜਾ ਸਕਦਾ। ਐਂਡ ਉਸ ਤੋਂ ਬਾਅਦ ਹੈ ਨॉन ਰਾਈਵਲ। The non-rivalry means that when a person consume a good, it will not diminishing other person's share। ਕਹਿੰਦੇ ਜਦੋਂ ਇੱਕ ਪਰਸਨ ਕਹਿੰਦੇ ਕਿਸੇ ਗੁੱਡ ਨੂੰ ਪਬਲਿਕ ਗੁੱਡ ਨੂੰ ਯੂਜ਼ ਕਰਦਾ ਤਾਂ ਇਸ ਦੇ ਨਾਲ ਦੂਸਰੇ ਪਰਸਨ ਦਾ ਸ਼ੇਅਰ ਨਹੀਂ ਕਰਦਾ। ਫॉर एग्जांपल ਐਡਿੰਗ ਵਨ ਮੋਰ ਪਰਸਨਸ ਇਨ ਦਾ ਸੋਸਾਇਟੀ ਅਵੇਲੇਬਲ ਟੂ ਦਾ ਐਗਜ਼ਿਸਟਿੰਗ ਮੈਂਬਰ ਆਫ ਦਾ ਸੋਸਾਇਟੀ ਆਪੋਜ਼ਿਟ। ਜਿਵੇਂ ਕਿ ਸੁਸਾਇਟੀ ਦੇ ਵਿੱਚ ਇੱਕ ਨਿਊ ਮੈਂਬਰ ਐਡ ਹੋ ਗਿਆ ਤਾਂ ਇਸ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਏਗਾ, ਤਾਂ ਉਹ ਆਪਣਾ ਕੀ ਹੈ सोसाइटी ਦੇ ਵਿੱਚ एंटर हो जाएगा। एंड दूसरी साइड ऑपोजिट टू द जब राइवल्स ਦੇ ਵਿੱਚ देखिए कैन बी द राइवल गुड से a pizza if one slice of the pizza is consumed by one person the share available to the rest will be reduced by that slice। ਜਿਵੇਂ ਕਿ ਪੀਜ਼ਾ ਲਿੱਤਾ ਹੈ ਆਪਾਂ ਨੇ, ਉਹਦੇ ਵਿੱਚ ਜਿੰਨੇ ਸਲਾਈਸ ਜਿੰਨੇ ਪਰਸਨਸ ਨੇ ਉਨੇ ਸਲਾਈਸਿਸ ਨੇ, ਤਾਂ ਆਪਾਂ ਸਾਰਿਆਂ ਨੂੰ ਉਹ ਦਾ ਸ਼ੇਅਰ ਹੈ ਜਦੋਂ ਪੀਜ਼ਾ ਸ਼ੇਅਰ ਕਰਾਂਗੇ ਤਾਂ ਜੋ ਹੈ ਪੇਮੈਂਟਸ ਉਹ ਵੀ ਆਪਾਂ ਉਹਦੇ ਨਾਲ ਸ਼ੇਅਰ ਕਰਾਂਗੇ। ਠੀਕ ਹੈ, ਕਿਉਂਕਿ ਪਰਸਨਲੀ ਹੋ ਗਿਆ। ਦਿਸ ਇਜ਼ ਅ ਰਾਈਵਲਸ। ਐਂਡ ਨॉन ਰਾਈਵਲ ਪ੍ਰੋਡਕਟ ਕੀ ਹੈ ਪਬਲਿਕ ਗੁੱਡਸ ਨੇ। ਐਂਡ ਉਸ ਤੋਂ ਬਾਅਦ ਆਪਣਾ ਕਹਿੰਦੇ ਆਪਾਂ ਵਿਦ ਦ ਹੈਲਪ ਆਫ ਟੇਬਲਸ ਇਹਨਾਂ ਦੋਨਾਂ ਨੂੰ ਡਿਸਕਸ ਕਰਦੇ ਹਾਂ। ਇਹ ਕੰਬੀਨੇਸ਼ਨ ਹੈ ਕਿਹਦਾ ਨॉन ਕਲੂਜ਼ਨਸ ਐਂਡ ਨॉन ਰਾਈਵਲਸ ਗੁੱਡ ਦਾ ਮੀਨਸ ਨॉन ਐਕਸਕਲੂਡੇਬਲਸ ਐਂਡ ਨॉन ਰਾਈਵਲ ਗੁੱਡਸ ਜੋ ਆਪਣੀਆਂ ਪਬਲਿਕ ਗੁੱਡਸ ਹੁੰਦੀਆਂ ਨੇ। ਤਾਂ ਫਸਟਲੀ ਕਹਿੰਦੇ ਇਹ ਕੀ ਪ੍ਰੋਵਾਈਡਸ ਕਰਦੇ ਨੇ, ਇਟਸ ਪ੍ਰੋਵਾਈਡਸ ਦ ਕੰਬੀਨੇਸ਼ਨਸ ਆਫ ਨॉन ਐਕਸਕਲੂਜ਼ਨ ਐਂਡ ਨॉन ਰਾਈਵਲ ਗੁੱਡਸ। देयर आर गुड्स विच आर प्योर पब्लिक और प्योर प्राइवेट गुड्स। ਇਹਦੇ ਵਿੱਚ ਕੁਝ ਗੁੱਡਸ ਨੇ ਪਿਓਰ ਪਬਲਿਕ ਐਂਡ ਕੁਝ ਗੁੱਡਸ ਨੇ ਪਿਓਰ ਪ੍ਰਾਈਵੇਟ ਗੁੱਡਸ। ਤਾਂ ਬਟ देयर आर ਆਲਸੋ ਗੁੱਡਸ ਵਿਚ ਆਰ ਸੈਮੀ ਪਬਲਿਕ ਗੁੱਡਸ। ਸੈਮੀ ਪਬਲਿਕ ਗੁੱਡਸ ਵੀ ਨੇ ਇਹਦੇ ਵਿੱਚ, ਠੀਕ ਹੈ, ਜੋ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਫॉर एग्जांपल ਕਾਮਨ ਰਿਸੋਰਸਿਸ ਆਰ ਰਿਸੋਰਸਿਸ ਵੇਅਰ देयर आर ਮੈਨੀ ਯੂਜ਼ਰਸ ਬਟ नो ਓਨਰਸ। ਕਹਿੰਦੇ ਜਿਵੇਂ ਕਿ ਜਿਹੜੀਆਂ ਕਾਮਨ ਰਿਸੋਰਸਿਸ ਨੇ ਉਹ ਆਪਣੀਆਂ ਸੈਮੀ ਗੁੱਡਸ ਦੇ ਅੰਡਰ ਆਉਂਦੀਆਂ ਨੇ, ਜਿਨ੍ਹਾਂ ਦੇ ਵਿੱਚ ਕਹਿੰਦੇ ਕੋਈ ਆਨਰ ਨਹੀਂ ਹੁੰਦਾ ਲੇਕਿਨ ਯੂਜ਼ਸ ਸਾਰੇ ਕਰ ਸਕਦੇ ਨੇ, ਮੈਨੀ ਕਰਦੇ ਨੇ। फॉर एग्जाम्पल जिमें कि ocean has no owner and anyone can go for fishing there। ठीक है, ocean से एग्जाम्पल लेते हैं ये विच। एंड तुसी फिर देख सकते हो सब तो पहला अपना पब्लिक गुड की गल करते हैं। ठीक है, इन्हां दे विच कहंदे कि पब्लिक गुड्स हैव एक्सट्रीम पॉजिटिव एक्सटर्नलिटीज। पब्लिक गुड्स ਹੁੰਦੀਆਂ ਨੇ ਜਿਹੜਾ ਉਹਨਾਂ ਦਾ ਪੋਜ਼ਿਟਿਵ ਇਫੈਕਟ ਪੈਂਦਾ ਹੈ। ਵਨ ਮੇਜਰ ਪ੍ਰੋਬਲਮ ਦੈਟ ਅਰਾਈਜ਼ਸ ਵਿਦ ਪਬਲਿਕ ਗੁੱਡਸ ਇਜ਼ ਅ ਫ੍ਰੀ ਰਾਈਡਿੰਗ। ਫ੍ਰੀ ਰਾਈਡਰਸ ਨੇ ਕਹਿੰਦੀਆਂ ਹੈ ਮੀਨਸ ਅ ਪਰਸਨ ਹੂ ਇਜ਼ ਯੂਜ਼ਿੰਗ ਦ ਗੁੱਡਸ ਵਿਦਆਊਟ ਪੇਇੰਗ ਐਨੀਥਿੰਗ ਫॉर ਇਟ। फ्री राइडर्स ਇਹਨਾਂ ਨੂੰ ਕੋਈ ਵੀ ਭਜਾ ਸਕਦਾ ਹੈ। देयर इज ऑलवेज सम ओवर कंजम्पशन ऑफ शेयर्ड रिसोर्सेज ड्यू टू दिस प्रॉब्लम। तद कहते जो ਇਹਨਾਂ ਨੂੰ ਸ਼ੇਅਰ ਕਰਨਾ ਤਾਂ ਇਹਦੇ ਵਿੱਚ ਮੋਸਟਲੀ ਕੀ ਆਉਂਦੀ ਆ ਪ੍ਰੋਬਲਮਸ ਆਉਂਦੀਆਂ। ਤਾਂ ਫਸਟ ਇਜ਼ ਕਹਿੰਦੇ ਕੀ ਹੈ नॉन राइवल ਤੇ नॉन ਐਕਸਕਲੂਜ਼ਨਸ। ਕਹਿੰਦੇ ਪਬਲਿਕ ਗੁੱਡਸ ਕੀ ਨੇ, ਪਿਓਰ ਪਬਲਿਕ ਗੁੱਡਸ ਕਿਹੜੀਆਂ ਨੇ, ਨੈਸ਼ਨਲ ਡਿਫੈਂਸ, ਸਟਰੀਟ ਲਾਈਟਸ ਐਂਡ ਜੁਡੀਸ਼ੀਅਲ ਸਿਸਟਮਸ। ਕਹਿੰਦੇ ਇਹ ਨॉन ਰਾਈਵਲ ਤੇ ਨॉन ਐਕਸਕਲੂਜ਼ਨ ਗੁੱਡਸ ਨੇ ਕਿਉਂਕਿ ਪਬਲਿਕ ਜਿਹੜੀ ਗਵਰਨਮੈਂਟ ਹੈ ਉਹ ਕਿਸੇ ਨੂੰ ਵੀ ਨਹੀਂ ਕੱਢ ਸਕਦੀ ਡਿਫੈਂਸ ਦੇ ਸਬਸਿਡੀਜ਼ ਤੋਂ, ਠੀਕ ਹੈ, ਪ੍ਰੋਟੈਕਸ਼ਨ ਤੋਂ ਐਂਡ ਲਾਈਟ ਜੋ ਸਟਰੀਟਸ ਵਿੱਚ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਯੂਜ਼ ਕਰਨ ਤੋਂ ਕਿਸੇ ਨੂੰ ਵੀ ਮਨਾ ਨਹੀਂ ਕਰ ਸਕਦੀ। ਤੇ ਜੁਡੀਸ਼ੀਅਲ ਸਿਸਟਮ ਜੋ ਸੰਵਿਧਾਨ ਬਣੇ ਹੈ ਕਹਿੰਦੇ ਉਹ ਵੀ ਸਾਰੇ ਪਰਸਨਸ ਯੂਜ਼ ਕਰਦੇ ਨੇ। ਐਂਡ ਕਹਿੰਦੇ ਨॉन ਰਾਈਵਲਸ ਹੁੰਦਾ ਇਹਨਾਂ ਦਾ ਨੈਸ਼ਨਲ ਡਿਫੈਂਸ, ਸਟਰੀਟ ਲਾਈਟਸ ਤੇ ਜੁਡੀਸ਼ੀਅਲ ਸਿਸਟਮਸ ਹੈ ਇਹ ਆਪਣੇ ਪਬਲਿਕ ਗੁੱਡਸ ਦੇ ਅੰਡਰ ਆਉਂਦੇ ਨੇ। ਐਂਡ ਕਾਮਨ ਗੁੱਡਸ, ਸੈਮੀ ਗੁੱਡਸ ਕਿਹੜੀਆਂ ਹੋ ਗਈਆਂ ਆਪਣੀਆਂ ਕਾਮਨ ਰਿਸੋਰਸਿਸ ਜਿਹਨਾਂ ਨੂੰ ਆਪਾਂ ਸੈਮੀ ਗੁੱਡਸ ਬੋਲਦੇ ਹਾਂ। ਨਾ ਹੀ ਪਬਲਿਕ ਦੀ ਓਨਰਸ਼ਿਪ ਹੁੰਦੀ ਹੈ ਨਾ ਹੀ ਪ੍ਰਾਈਵੇਟ ਦੀ ਓਨਰਸ਼ਿਪ ਹੁੰਦੀ ਆ, ਦੋਨਾਂ ਦਾ ਕੰਟਰੋਲ ਹੁੰਦਾ। ਦੈਟ ਇਜ਼ ਦਾ ਕਾਮਨ ਰਿਸੋਰਸਿਸ ਦੇ ਵਿੱਚ ਫਾਰਮਰਸ ਗ੍ਰੇਜ਼ਿੰਗ ਇਨ ਦਾ ਵਿਲੇਜਰਸ, ਜਿਵੇਂ ਕਿ ਫਾਰਮ ਗ੍ਰੇਜ਼ਿੰਗ ਕਰਦੇ ਨੇ, ਪਸ਼ੂਆਂ ਨੂੰ ਚਾਰਾ ਚਰਾਉਂਦੇ ਨੇ, ਠੀਕ ਹੈ, ਤਾਂ ਉਹਨਾਂ ਨੂੰ ਕੋਈ ਵੀ ਮਨਾਹੀ ਨਹੀਂ ਹੁੰਦੀ, ਉਹ ਕਿਤੇ ਵੀ ਚਰਾ ਸਕਦੇ ਨੇ। ਫਿਸ਼ ਟੇਕਨ ਫਰੋਮ ਦਾ ਓਸ਼ੀਅਨਸ, ਫਿਸ਼ ਜਿਹੜੀਆਂ ਓਸ਼ਨ ਦੇ ਵਿੱਚੋਂ ਕੋਈ ਵੀ ਜਿਹੜਾ ਪਰਸਨ ਹੈ ਉਹ ਫਿਸ਼ ਟੇਕ ਕਰ ਸਕਦਾ, ਲੈ ਸਕਦਾ। ਇਰੀਗੇਸ਼ਨ ਵਾਟਰ ਫਰੋਮ ਰਿਵਰਸ, ਕਹਿੰਦੇ ਰਿਵਰਸ ਤੇ ਪਾਣੀ ਤੋਂ ਕੋਈ ਵੀ ਸਿੰਜਾਈ ਕਰ ਸਕਦਾ। ਦਿਸ ਇਜ਼ ਦਾ ਸੈਮੀ ਪਬਲਿਕ ਗੁੱਡਸ। ਠੀਕ ਹੈ, ਐਂਡ ਦ ਨੈਕਸਟ ਇਜ਼ ਅ ਟੂਲ ਗੁੱਡਸ। ਠੀਕ ਹੈ, ਇਹਨਾਂ ਦੇ ਵਿੱਚ ਕੀ ਆ ਗਿਆ ਆਪਣਾ ਜਿਹੜੀਆਂ ਪ੍ਰਾਈਵੇਟ ਗੁੱਡਸ ਹੁੰਦੀਆਂ ਨੇ। ਠੀਕ ਹੈ, ਕਹਿੰਦੇ ਵਿੱਚ ਥੀਏਟਰ ਆ ਗਿਆ, ਟੂਲ ਟੈਕਸ ਰੋਡਸ ਆ ਗਿਆ, ਕੇਬਲ ਟੀਵੀ ਆ ਗਿਆ। ਕਹਿੰਦੇ ਇਹ ਗੁੱਡਸ ਨੇ ਸਰਵਿਸਿਜ਼ ਨੇ ਜੋ ਦਿੱਤੀਆਂ ਜਾਂਦੀਆਂ ਨੇ ਪ੍ਰਾਈਵੇਟ ਸੈਕਟਰ ਦੇ ਥਰੂ। ਠੀਕ ਹੈ, ਕਹਿੰਦੇ ਇਹਦੇ ਵਿੱਚ ਕੀ ਹੁੰਦਾ ਨॉन ਐਕਸਕਲੂਡਿਵ ਗੁੱਡਸ ਹੁੰਦਾ, ਜੋ ਵੀ ਇਹਨਾਂ ਦੀ ਪੇਮੈਂਟਸ ਨਹੀਂ ਕਰੇਗਾ ਤਾਂ ਉਹਨਾਂ ਨੂੰ ਸਰਵਿਸਿਜ਼ ਨਹੀਂ ਦਿੱਤੇ ਜਾਣਗੀਆਂ। ਅਗਰ ਥੀਏਟਰ ਦੇ ਲਈ ਮੈਂ ਟਿਕਟਸ ਲਵਾਂਗੀ ਤਦ ਹੀ ਮੈਂ ਥੀਏਟਰ ਦੇ ਵਿੱਚ ਮੂਵੀ ਦੇਖ ਸਕਦੀ ਹਾਂ। ਅਗਰ ਮੈਂ ਰੋਡ ਦੇ ਲਈ ਟੂਲ ਟੈਕਸ ਪੇ ਕਰੂੰਗੀ ਤਦੇ ਮੈਂ ਪਾਰ ਕਰ ਸਕਦੀ ਹਾਂ। ਲੇਕਿਨ ਕਈ ਪਰਸਨਸ ਇੱਦਾਂ ਦੇ ਹੁੰਦੇ ਨੇ ਜਿਹੜੇ ਬਿਨਾਂ ਟੂਲ ਟੈਕਸ ਦੇ ਵੀ ਚਲੇ ਜਾਂਦੇ ਨੇ।
ਜਿਵੇਂ ਕਿ ਮੋਟਰਸਾਈਕਲਸ ਐਂਡ ਸਕੂਟਰਸ ਵਾਲਿਆਂ ਨੂੰ ਟੂਲ ਟੈਕਸ ਨਹੀਂ ਦੇਣਾ ਪੈਂਦਾ ਹੈ ਐਂਡ ਕੇਬਲ ਟੀਵੀ ਕੇਬਲ ਕਨੈਕਸ਼ਨਸ ਵੀ ਕਹਿੰਦੇ ਪੇਮੈਂਟਸ ਦੇ ਥਰੂ ਹੀ ਲਏ ਜਾਂਦੇ ਨੇ ਐਂਡ ਪਿਓਰ ਪ੍ਰਾਈਵੇਟ ਗੁੱਡਸ ਨੇ ਕਿ ਜਿਨ੍ਹਾਂ ਨੂੰ ਸਿਰਫ ਪਰਸਨਲੀ ਅਸੀਂ ਹੀ ਯੂਜ਼ ਕਰ ਸਕਦੇ ਹਾਂ ਜਿਨ੍ਹਾਂ ਤੇ ਸਾਡਾ ਹੀ ਕੰਟਰੋਲ ਹੈ ਦੈਟ ਇਜ਼ ਅ ਪੀਜ਼ਾ ਐਂਡ ਮੋਬਾਈਲ ਫੋਨ ਅਗਰ ਮੈਂ ਪੀਜ਼ਾ ਲਿੱਤਾ ਹੈ ਤਾਂ ਮੈਂ ਖੁਦ ਦੀ ਮਨੀ ਦੇ ਵਿੱਚੋਂ ਲਿੱਤਾ ਹੈ ਤੇ ਮੇਰਾ ਖੁਦ ਦਾ ਰਾਈਟ ਹੈ ਅਗਰ ਮੈਂ ਖਾਣਾ ਹੈ ਤਾਂ ਖੁਦ ਵੀ ਖਾ ਸਕਦੀ ਕਿਸੇ ਨੂੰ ਡਿਸਟ੍ਰੀਬਿਊਟ ਕਰਨਾ ਹੈ ਤਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਦੇ ਸਕਦੀ ਹੈ ਐਂਡ ਮੋਬਾਈਲ ਫੋਨ ਹੈ ਮੈਂ ਆਪਣੀ ਸਬਸਿਡੀ ਲਿੱਤੀ ਹੈ अगर मोबाइल फोन लूंगी तो यूज कर लूंगी अगर चार्ज करूंगी ठीक है तब यूज कर लूंगी तो यदि पेमेंट्स मैंने खुद देनी पेगी ये मेरी खुद की ओनरशिप है दिस इज अ प्योर प्राइवेट गुड्स ਕਹਿੰਦੇ ਇਹਨਾਂ ਦਾ ਵੀ ਕੀ ਆ ਇਫੈਕਟ ਪੈਂਦਾ ਹੈ ਮਾਰਕੀਟ ਫੇਲਿਅਰ ਦੇ ਵਿੱਚ ਐਂਡ ਉਸ ਤੋਂ ਬਾਅਦ ਆਪਣਾ ਨੈਕਸਟ ਹੈ imperfect information this is the another points ਜਿਹਦੇ through ਜਿਹੜਾ ਹੈ market failures ਅਗਰ ਕਰਦਾ imperfect information the second major source of inefficiency of market failure is imperfect information on the part of buyers and sellers ਕਹਿੰਦੇ buyers ਤੇ sellers ਦੋਨਾਂ ਦੇ ਵਿੱਚ ਕਹਿੰਦੇ ਕੀ ਹੁੰਦੀ ਆ imperfect information ਹੁੰਦੀ ਆ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈਗੀ ਕਿਉਂਕਿ ਡਿਫਰੈਂਟ ਟਾਈਪਸ ਆਫ ਮਾਰਕੀਟ ਹੈ ਜਿਹੜੀ ਪਾਈ ਜਾਂਦੀ ਆ ਮੋਨੋਪੋਲੀ ਵੀ ਓਲੀਗੋਪੋਲੀ ਵੀ duopoly भी monopolistic भी oligopolistic भी this implies violations of assumption that consumers and producers have full knowledge of products characteristics available prices etc ਦੇਖੋ ਕਹਿੰਦੇ ਇੱਥੇ ਜ਼ਰੂਰੀ ਨਹੀਂਗਾ ਕਿ ਜਿਹੜੇ ਆਪਣੇ ਕੰਜ਼ਿਊਮਰਸ ਨੇ ਜੋ ਗੁੱਡ ਨੂੰ ਬਾਏ ਕਰਨ ਲੱਗੇ ਨੇ ਉਹਨਾਂ ਨੂੰ ਫੁੱਲ ਨੌਲੇਜ ਹੋਵੇ ਕਿਸੇ ਵੀ ਪ੍ਰੋਡਕਟ ਦੀ ਠੀਕ ਹੈ ਉਹਦੇ ਫੀਚਰਸ ਪਤਾ ਹੋਣ ਤੇ ਉਹਦਾ ਪ੍ਰਾਈਸ ਪਤਾ ਹੋਵੇ ਕਹਿੰਦੇ ਕੁਝ ਐਗਜ਼ਾਮਪਲਸ ਦੇ ਥਰੂ ਦੇਖਦੇ ਆ ਇੰਪਰਫੈਕਟ ਇਨਫੋਰਮੇਸ਼ਨਸ ਦੇ ਥਰੂ ਕਿ ਕਿਸ ਤਰ੍ਹਾਂ ਇੰਪਰਫੈਕਟ ਇਨਫੋਰਮੇਸ਼ਨਸ ਦੇ ਥਰੂ ਜਿਹੜੇ ਆਪਣੇ ਮਾਰਕੀਟ ਦੇ ਵਿੱਚ ਕਸਟਮਰਸ ਨੇ ਉਹਨਾਂ ਨੂੰ ਲਾਸ ਹੋ ਸਕਦਾ ਹੈ ਜਾਂ ਫਿਰ ਜਿਹੜੇ ਆਪਣੇ ਪ੍ਰੋਡਿਊਸਰਸ ਨੇ ਜਾਂ ਜਿਹੜੇ ਬਾਇਰਸ ਨੇ ਠੀਕ ਹੈ ਜਾਂ ਸੈਲਰਸ ਨੇ ਉਹਨਾਂ ਦੇ ਵਿੱਚ ਹੈ परफेक्ट इनफॉर्मेशन प्रॉपर इनफॉर्मेशन ना होने करके मार्केट फेलियर्स अकर कर सकते हैं जिमें कि फॉर एग्जांपल सेकंड हैंड व्हीकल से कार जिमें कि कार है सेकंड हैंड है वो ठीक है सेलर्स हैज मोर इनफॉर्मेशन अबाउट द ਕੁਆਲਿਟੀ ਦੈਨ ਦਾ ਵਾਇਰਸ ਜਦੋਂ ਕਹਿੰਦੇ ਵਾਇਰਸ ਆਪਣੇ ਕੋਲ ਕਾਰ ਲੈਣ ਆਉਂਦੇ ਨੇ ਤਾਂ ਜਿਹੜੇ ਸੈਲਰਸ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਾਰ ਦੀ ਕੁਆਲਿਟੀ ਕਿੱਦਾਂ ਦੀ ਹੈ ਕਿ ਕਾਰ ਦੇ ਵਿੱਚ ਕੀ ਜਿਹੜੇ ਹੈ ਡਿਫੈਕਟ ਹੈ ਕੀ ਜਿਹੜੇ ਡਿਫੈਕਟਡ ਪੀਸ ਨੇ ਕਿਹੜੇ ਕਹਿੰਦੇ ਜਿਹੜੇ ਆਪਣੇ ਪਾਰਟਸ ਨੇ ਉਹ ਵਰਕ ਨਹੀਂ ਕਰ ਪਾ ਰਹੇ ਕਿੱਥੋਂ ਇਹ ਵੀਕ ਪੁਆਇੰਟ ਹੈ ਕਿਹੜੇ ਦੇ ਵਿੱਚ ਪਲੱਸ ਪੁਆਇੰਟ ਹੈ ਕਹਿੰਦੇ ਸੈਲਰਸ ਨੂੰ ਪਰਫੈਕਟ ਨੌਲੇਜ ਹੁੰਦੀ ਹੈ ਲੇਕਿਨ ਸੈਲਰਸ ਕੀ ਹੈ ਉਹ ਨਹੀਂ ਦੱਸਦਾ ਕਿ ਇਸ ਦੇ ਵਿੱਚ ਵੀਕ ਪੁਆਇੰਟਸ ਇਹ ਨੇ ਇਹ ਸੈਕੰਡ ਹੈਂਡ ਕਾਰ ਆ ਇਹਦੇ ਵਿੱਚ ਇਹ ਪ੍ਰੋਬਲਮ ਹੈ ਤਾਂ ਬਾਇਰਸ ਨੂੰ ਨਹੀਂ ਪਤਾ ਹੁੰਦਾ ਤਾਂ ਉਹਨੂੰ ਕੀ ਕਰ ਲੈਂਦਾ ਬਾਈ ਕਰ ਲੈਂਦਾ ਤਾਂ ਉਦੋਂ ਪ੍ਰੋਬਲਮ ਆਉਂਦੀ ਆ ਐਂਡ ਦ ਨੈਕਸਟ ਇਜ਼ ਇਨ ਦ ਲੇਬਰ ਮਾਰਕੀਟ ਵਰਕਰਸ ਨਾਓ ਅਵਾਰਡ देयर skills what employers has limited information about the quality of the workers to compare ਜਿਵੇਂ ਕਿ ਕੋਈ ਵੀ ਵਰਕਰ ਹੈ ਕੋਈ ਵੀ ਲੇਬਰ ਹੈ ਉਹਨੂੰ ਪਤਾ ਹੁੰਦਾ ਹੈ ਕਿ ਮੇਰੀ ਵਰਕਿੰਗ ਐਫੀਸ਼ੀਐਂਸੀ ਕਿੰਨੀ ਹੈ ਮੇਰੀ ਲੈਂਗੁਏਜ ਫਲੂਐਂਸ ਕਿੱਦਾਂ ਦਾ ਹੈ ਠੀਕ ਹੈ ਮੇਰੀ ਲੈਂਗੁਏਜ ਕੀ ਹੈ ਮੇਰੀ ਵਰਕਿੰਗ ਐਫੀਸ਼ੀਐਂਸੀ ਕੀ ਹੈ ਮੇਰੀ ਹੈਬਿਟ ਕੀ ਹੈ ਮੈਂ ਵਰਕ ਜ਼ਿਆਦਾ ਪ੍ਰੈਫਰ ਕਰਦਾ ਜਾਂ ਲਈਅਰ ਜ਼ਿਆਦਾ ਪ੍ਰੈਫਰ ਕਰਦਾ ਮੈਂ ਬੋਲਦਾ ਜ਼ਿਆਦਾ ਹੈ ਜਾਂ ਕੰਮ ਜ਼ਿਆਦਾ ਕਰਦਾ ਹੈ ਠੀਕ ਹੈ ਮੇਰਾ ਜਿਹੜਾ ਹੈ ਸੁਭਾਅ ਕਿੱਦਾਂ ਦਾ ਹੈ ਸ਼ਾਂਤ ਵਾਲਾ ਹੈ ਜਾਂ ਅਗਰੈਸਿਵ ਹੈ ਕਹਿੰਦੇ ਲੇਕਿਨ ਜਿਹੜਾ ਆਪਣਾ ਵਾਇਰ ਹੈ ਜੋ ਜਿਸਨੇ ਵੀ ਲੇਬਰ ਲੈਣੀ ਹੈ ਉਹਨੂੰ ਨਹੀਂ ਪਤਾ ਹੁੰਦਾ ठीक है उदों भी प्रॉब्लम आती है अगर वो लेबर की डिमांड कर लेंदा लेकिन लेबर के स्किल्स घट ने ठीक है वो काम नहीं कर पा रहा तो उत्थे भी मार्केट फेलियर्स किया अकर कर दिया and the next is insurance agency has been information about the risk than by their clients जिमें कि इंश्योरेंस कंपनीज के थ्रू अपने ਜਿਹੜੇ इंश्योरेंस किए जाते हैं ਤਾਂ ਇੱਥੇ ਟੂ ਟਾਈਪਸ ਆਫ ਪੀਪਲਸ ਆ ਸਕਦੇ ਨੇ ਇੱਕ ਤਾਂ ਹੈਲਦੀ ਇੱਕ ਅਨਹੈਲਦੀ ਪੀਪਲਸ ਨੂੰ ਪਤਾ ਹੁੰਦਾ ਹੈ ਕਿ ਹਾਂ ਮੈਂ ਆਪਣਾ ਇੰਸ਼ੋਰੈਂਸ ਕਰਵਾਵਾਂ ਮੈਂ ਹੈਲਦੀ ਲੇਕਿਨ ਨਾਨ ਹੈਲਦੀ ਜਿਹੜਾ ਬਿਮਾਰ ਰਹਿੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਬਿਮਾਰ ਰਹਿਣਾ ਹੈ ਤੇ ਇੰਸ਼ੋਰੈਂਸ ਮੈਂ ਆਪਣਾ ਕਰਵਾ ਲਵਾਂ ਮੇਰੀ ਫੈਮਿਲੀ ਨੂੰ ਬੈਨੀਫਿਟ ਹੋ ਸਕਦਾ ਹੈ ਲੇਕਿਨ ਜਿਹੜੀ ਇੰਸ਼ੋਰੈਂਸ ਕੰਪਨੀ ਉਹਨੂੰ ਨਹੀਂ ਪਤਾ ਹੁੰਦਾ ਕਿ ਇਹ ਪਰਸਨ ਮੇਰੇ ਕੋਲ ਕਿਉਂ ਆਇਆ ਹੈ ਠੀਕ ਹੈ ਦੈਨ ਇਸੇ ਤਰ੍ਹਾਂ ਵੀ ਜਿਹੜੀ ਹੈ ਮਾਰਕੀਟ ਫੇਲੀਅਰ ਦੀ ਅਕਰ ਕਰ ਸਕਦੀ ਆ ठीक है कहते ये थ्रू जो रिस्क बैरियर्स है वो अफेक्ट करता है मार्केट की सिचुएशंस नू ठीक है सम जी सोशो इकनॉमिक बैकग्राउंड है कहते वो भी अफेक्ट करती है तो उस बाद नैक्सट है अपना मार्केट फेलियर द रीजन दैट इज एडवर्स सिलेक्शन
कहते adverse selection refers to market process in which buyer and sellers have different access to product information, ਜਿਹਦੇ ਵਿੱਚ ਕਹਿੰਦੇ ਬਾਇਰਸ ਤੇ ਸੈਲਰਸ ਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੁੰਦੀ, ਉਹਨਾਂ ਨੂੰ ਗਲਤ ਇਨਫੋਰਮੇਸ਼ਨ ਮਿਲਦੀ ਆ ਕਿਸੇ ਵੀ ਪ੍ਰੋਡਕਟ ਦੇ ਬਾਰੇ। ਫੋਰ ਐਗਜ਼ਾਮਪਲ देयर आर टू ग्रुप्स, ਜਿਵੇਂ ਕਿ ਆਪਾਂ ਮੰਨ ਲਈਏ ਐਡਵਰਸ ਸਿਲੈਕਸ਼ਨ ਦੇ ਵਿੱਚ टू ग्रुप्स ਨੇ, ਸਮੋਕਰ ਐਂਡ ਨॉन ਸਮੋਕਰ ਫॉर ਹੈਲਥ ਇੰਸ਼ੋਰੈਂਸ ਇਨ ਦਾ ਮਾਰਕੀਟ, ਕਿ ਦੋ ਤਰ੍ਹਾਂ ਦੇ ਜਿਹੜੇ ਪਰਸਨਸ ਨੇ ਉਹ ਇੰਸ਼ੋਰੈਂਸ ਕਰਵਾਉਣ ਆ ਰਹੇ ਨੇ ਮਾਰਕੀਟ ਦੇ ਵਿੱਚ, ਇੱਕ ਹੈਗਾ ਸਮੋਕਰ, ਇੱਕ ਹੈਗਾ ਨॉन ਸਮੋਕਰ, ਠੀਕ ਹੈ। ਕਹਿੰਦੇ ਐਜ਼ ਦਾ ਇੰਸ਼ੋਰੈਂਸ ਕੰਪਨੀ ਕੈਨ ਨਾਟ ਡਿਫਰੈਂਸ਼ੀਏਟ ਬਿਟਵੀਨ ਦਾ ਬੋਥ ग्रुप्स हैव टू पे द कंपनी कैन नॉट बी सेम प्रीमियम, कहते दोनों ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੁੰਦਾ, ਸਮੋਕਰ ਤੇ ਨਾਨ ਸਮੋਕਰ ਦੇ ਵਿੱਚ ਜਿਹੜੀ ਇੰਸ਼ੋਰੈਂਸ ਕੰਪਨੀ ਉਹ ਨਹੀਂ ਦੱਸ ਸਕਦੀ ਕਿ ਇਹ ਸਮੋਕ ਕਰ ਰਿਹਾ ਹੈ, ਇਹ ਨਹੀਂ ਸਮੋਕ ਕਰ ਰਿਹਾ, ਇਸ ਦਾ ਇੰਸ਼ੋਰੈਂਸ ਮੈਂ ਕਰਾਂ, ਇਸ ਦਾ ਨਾ ਕਰਾਂ, ਜਦਕਿ ਉਹ ਸੇਮ ਪ੍ਰੀਮੀਅਮ ਕੀ ਹੈ ਉਹ ਪੇ ਕਰਦੇ ਨੇ ਦੋਨੇ। ਕਹਿੰਦੇ ਦਿਸ ਹੈਲਥ ਪਾਲਿਸੀ ਇਜ਼ ਬੈਟਰ ਫॉर ਸਮੋਕਰਸ, ਦੇ ਆਰ likely to die younger than average due to bad effect of smoking। ਕਹਿੰਦੇ ਜਿਹੜੇ ਇੰਸ਼ੋਰੈਂਸ ਹੈ ਕਰਵਾ ਰਹੇ ਨੇ ਉਹ ਤੁਹਾਨੂੰ ਪਤਾ ਹੈ ਕਿ ਨॉन ਸਮੋਕਰ ਦੀ ਏਜ ਤਾਂ ਲੰਬੀ ਹੋਏਗੀ ਕਿਉਂਕਿ ਉਹਨੂੰ ਕੋਈ ਹੈਲਥ ਪ੍ਰੋਬਲਮ ਨਹੀਂ ਹੋਏਗੀ, ਸਮੋਕਰ ਨੂੰ ਹੈਲਥ ਪ੍ਰੋਬਲਮ ਆ ਸਕਦੀ ਆ। ਤਾਂ ਇੰਸ਼ੋਰੈਂਸ ਕਿਹਦੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ? ਸਮੋਕਰ ਦੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ, ਨॉन ਸਮੋਕਰ ਦੇ ਲਈ। ਪਰ ਕਹਿੰਦੇ ਇਸ ਦਾ ਇਫੈਕਟ ਜ਼ਿਆਦਾ ਕਿਤੇ ਪੈਗਾ? ਇੰਸ਼ੋਰੈਂਸ ਕੰਪਨੀ ਤੇ। ਅਗਰ नॉन ਸਮੋਕਰ ਹੈ ਤਾਂ ਇੰਸ਼ੋਰੈਂਸ ਕੰਪਨੀ ਨੂੰ ਬੈਨੀਫਿਟ ਹੈ, ਅਗਰ ਸਮੋਕਰ ਹੈ ਤਾਂ ਇੰਸ਼ੋਰੈਂਸ ਕੰਪਨੀ ਦਾ ਕੀ ਆ? ਲਾਸ ਹੈ। ਤਾਂ ਪੇਇੰਗ ਹਾਇਰ ਪ੍ਰੀਮੀਅਮ ਹੈ ਜਿਹੜਾ ਪੇ ਕਰਨਾ ਪਏਗਾ ਇੰਸ਼ੋਰੈਂਸ ਕੰਪਨੀ ਨੂੰ ਸਮੋਕਰ ਨੂੰ, ਠੀਕ ਹੈ, ਜਿਹੜਾ ਨॉन ਸਮੋਕਰ ਨੂੰ ਲੈਸ ਜਿਹੜਾ ਹੈ ਪ੍ਰੀਮੀਅਮ ਪੇ ਕਰਨਾ ਪਏਗਾ। ਤਾਂ ਇੱਥੇ ਕਹਿੰਦੇ ਪ੍ਰੋਬਲਮ ਤਾਂ ਆ ਸਕਦੀ ਹੈ, ਜਿਹੜੀ ਐਡਵਰਸ ਸਿਲੈਕਸ਼ਨ ਹੈ ਉਹਦੇ ਥਰੂ ਕਹਿੰਦੇ ਇਨਅਫੈਕਟਿਵ ਜਿਹੜੇ ਪ੍ਰਾਈਸਿਸ ਸਿਗਨਲਸ ਨੇ ਐਜ਼ ਮੋਸਟ ਇਨਫੋਰਮੇਸ਼ਨ ਇਨ ਦਾ ਮਾਰਕੀਟ ਇਕੋਨਮੀ ਦੇ ਵਿੱਚ ਜਿਹੜੀ ਟ੍ਰਾਂਸਫਰ ਕੀਤੀ ਜਾਂਦੀ ਹੈ ਉਹ ਕੀ ਹੈ, ਉਹਦੇ ਥਰੂ ਮਾਰਕੀਟ ਫੇਲੀਅਰਸ ਅਕਰ ਕਰ ਸਕਦੀਆਂ ਨੇ। ਐਂਡ ਦ ਨੈਕਸਟ ਇਜ਼ ਦਾ ਮੋਰਲ ਹੈਜ਼ਰਡਸ, ਜਿਹਦੇ ਥਰੂ ਮਾਰਕੀਟ ਫੇਲੀਅਰਸ ਅਕਰ ਕਰਦੀਆਂ ਨੇ। Moral hazard problems arises when one party to a contract changes behaviors in response to that contract and thus passes the cost of its behaviors on the other party to the contract। ਕਹਿੰਦੇ ਜਦੋਂ ਟੂ ਪਾਰਟੀ ਦੇ ਵਿੱਚ ਕੋਈ ਵੀ ਕੰਟਰੈਕਟ ਸਾਈਨ ਕੀਤਾ ਜਾਂਦਾ ਹੈ ਲੇਕਿਨ ਜਿਹੜੀ ਸੈਕੰਡ ਪਾਰਟੀ ਹੈ ਉਹ ਕੰਟਰੈਕਟ ਤੋਂ ਮਨਾ ਕਰ ਦਿੰਦੀ ਹੈ, ਤਦ ਕਹਿੰਦੇ ਜਿਹੜੀਆਂ ਮੋਰਲ ਹੈਜ਼ਰਡਸ ਨਾਲ ਰਿਲੇਟਡ ਪ੍ਰੋਬਲਮਸ ਨੇ ਉਹ ਆਉਂਦੀਆਂ ਨੇ। ਜਿਵੇਂ ਕਿ ਸਮੋਕਰ ਐਂਡ ਨॉन ਸਮੋਕਰ ਦੀ ਐਗਜ਼ਾਮਪਲ ਲੈਂਦੇ ਆਪਾਂ। ਇਨ ਨਾਰਮਲ ਸਿਨੈਰੀਓ smokers have incentive to quit smoking as it increase cost of premium to them। However, smokers know that a large protection of cost of their risk behaviors will be borne by insurance company and indirect by non-smoking policy holders। This result in the market failures। वही moral hazards की smokers ਨੂੰ benefit है, उन्हें इंश्योरेंस कराया रखा है ਤੇ ਉਹ ਆਪਣਾ ਸਮੋਕਿੰਗ ਕਰਦਾ ਰਹੇਗਾ ਕਿਉਂਕਿ ਉਹਨੂੰ ਪਤਾ ਹੈ ਕਿ ਮੈਨੂੰ ਆਪਣਾ ਜੋ ਹੈ ਪੇਮੈਂਟਸ ਮਿਲ ਜਾਣਗੇ ਨੇ, ਲੇਕਿਨ ਨॉन ਸਮੋਕਰਸ ਨੂੰ ਨਹੀਂ ਮਿਲਣਗੇ। ਦਿਸ ਇਜ਼ ਦਾ ਮੋਰਲ ਹੈਜ਼ਰਡਸ। ਐਂਡ ਨੈਕਸਟ ਇਜ਼ ਦਾ ਸੀਮਾਂਤ ਨਿੱਜੀ ਲਾਗਤ, ਸੀਮਾਂਤ ਸਮਾਜਿਕ ਲਾਗਤ, ਨਿੱਜੀ ਅਤੇ ਸਮਾਜਿਕ ਲਾਭ ਵਿੱਚ ਵਿਚਲੇ। ਇਹਦੇ ਵਿੱਚ ਆਪਾਂ ਦੇਖਾਂਗੇ deviation between marginal social cost and marginal private cost and social and private benefits। सब तो पहले ਆਪਾਂ देखते हैं कि what is MSC, MPC, MPB, MCSB, ठीक है। ਤਾਂ ਸਭ ਤੋਂ ਪਹਿਲਾਂ ਦੇਖੋ ਜਿਵੇਂ ਕਿ ਪਰਫੈਕਟਲੀ ਕੰਪੀਟੀਟਿਵ ਮਾਰਕੀਟ ਦੇ ਵਿੱਚ ਆਬਜੈਕਟਿਵਸ ਕੀ ਸੀਗਾ? ਮੈਕਸਿਮਮ ਪ੍ਰੋਫਿਟ ਬਾਈ ਦਾ ਪ੍ਰੋਡਿਊਸਿੰਗ ਆਊਟਪੁੱਟ ਵੇਅਰ ਪ੍ਰਾਈਸ ਇਜ਼ ਇਕੁਅਲ ਟੂ ਮਾਰਜਨਲ ਕਾਸਟ। ਤਾਂ ਆਪਾਂ ਨੇ ਇਹ ਦੇਖਿਆ ਸੀ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕਹਿੰਦੇ ਉਦੋਂ ਐਫੀਸ਼ੀਐਂਸੀ ਗੇਨ ਹੋਏਗੀ, ਮੈਕਸਿਮਮ ਪ੍ਰੋਫਿਟ ਹੋਏਗਾ ਜਦੋਂ ਜਿਹੜਾ ਪ੍ਰਾਈਸ ਸੀਗਾ ਪੀ ਸੀਗਾ ਇਕੁਅਲ ਟੂ ਕੀ ਹੋਏਗਾ? ਐਮਸੀ ਹੋਏਗਾ। ਪ੍ਰਾਈਸ ਮੀਨਸ AR ਇਜ਼ ਇਕੁਅਲ ਟੂ MC ਹੋਏਗਾ, ਪ੍ਰਾਈਸ ਇਕੁਅਲ ਟੂ ਮਾਰਜਨਲ ਕਾਸਟ ਦੇ ਇਕੁਅਲ ਹੋਏਗਾ। ਕਹਿੰਦਾ ਇਨ ਦਾ ਐਬਸੈਂਸ ਆਫ ਐਕਸਟਰਨਲਿਟੀਜ਼, ਜਦੋਂ ਕੋਈ ਵੀ ਐਕਸਟਰਨਲਿਟੀਜ਼ ਨਹੀਂ ਹੈਗੀ ਤਾਂ ਪ੍ਰਾਈਵੇਟ ਮਾਰਜਨਲ ਕਾਸਟ ਆਫ firms equal in the social margin cost। However, in presence of externalities, there are costs or benefits that fall on some else। देखो जो एक्सटर्नलिटीज नहीं है, पॉजिटिव नैगेटिव इफेक्ट नहीं है, सारा कुछ एक फर्म के अंडर आ, तब कहते मार्जिनल जी सोशल कॉस्ट है वो मार्जिनल प्राइवेट कॉस्ट के अंडर होएगी। लेकिन जो एक्सटर्नलिटीज अर्न करनिया तब पॉजिटिव ते नैगेटिव इफेक्ट पैणगे, तब कहते अपनी जी कॉस्ट ते बेनिफिट्स है वो अफेक्ट होंगे, ठीक है। एक्सटर्नल कॉस्ट मीनस एक्सटर्नल जी है अपनी कॉस्ट के थ्रू कहते अपने जो है लॉस एंड एक्सटर्नल जो बेनिफिट्स ने अकर कर सकते हैं। दीज एक्सटर्नल अफेक्ट्स ऑफ एन एक्टिविटीज आर इन एडिशन टू प्राइवेट कॉस्ट, ठीक है। ये प्राइवेट कॉस्ट जी सोशल कॉस्ट है दोनों को अफेक्ट कर सकते हैं। सम टोटल कहते की है
of private, and these third party cost is called social cost. The same logic applies to the calculation of social benefits. ਜਿਵੇਂ ਕਿ ਆਪਾਂ ਜਾਣਦੇ ਹਾਂ ਕਿ the supply curve of a good or subsidy show marginal cost. ਜਿਹੜੀ ਸਪਲਾਈ ਹੈ ਉਹਦੇ ਥਰੂ ਸਾਡੀ ਮਾਰਜਨਲ ਕਾਸਟ ਸ਼ੋ ਹੁੰਦੀ ਹੈ ਕਿ ਆਪਾਂ ਕਿੰਨੀ ਸਪਲਾਈ ਕਰ ਰਹੇ ਹਾਂ, ਮਾਰਜਨਲ ਕਾਸਟ ਆਪਣੀ ਇਨਕਰੀਜ਼ ਹੋ ਰਹੀ ਹੈ। ਦੋਜ਼ ਇੰਡੀਵਿਜੂਅਲਸ ਹੂ ਆਰ ਪ੍ਰੋਡਿਊਸਿੰਗ ਇਨ ਇਟ, ਇਟ ਸ਼ੋਜ਼ ਦ ਲੋਐਸਟ ਪ੍ਰਾਈਸਿਸ ਪ੍ਰੋਡਿਊਸਰਸ ਆਰ ਵਿਲਿੰਗ ਟੂ ਅਸੈਪਟ ਆਫ ਡਿਫਰੈਂਟ ਕੁਆਂਟੀਟੀਜ਼ ਆਫ ਪ੍ਰੋਡਕਟ। तर हरेक प्रोड्यूसर चाहता है कि वो डिफरेंट जी मिनीमम मार्जिनल कॉस्ट से ज़्यादा तो ज़्यादा जी क्वांटिटी वो प्रोड्यूस करे, ठीक है। एम सी वो मिनीमम होनी चाहिए, मीनस मार्जिनल जी प्राइवेट कॉस्ट है घट होनी चाहिए इफ देर आर नो नैगेटिव एक्सटर्नलिटी एसोसिएटेड विद द प्रोड्यूसिंग इट द इक्वल टू द मार्जिनल सोशल कॉस्ट। कहते अगर कोई भी एक्सटर्नलिटीज नहीं हैगी तो जी मार्जिनल प्राइवेट कॉस्ट है मार्जिनल सोशल कॉस्ट की होंगी है इक्वल होंगी है। एम पी सी इज इक्वल टू एम एस सी होएगी। अगर कहते नैगेटिव एक्सटर्नलिटीज अगर कर दी ने तो जी मार्जिनल सोशल कॉस्ट है वो ग्रेटर दैन की होएगी मार्जिनल प्राइवेट कॉस्ट। कहते एम एस सी इज ग्रेटर दैन एम पी सी बाय अमाउंट ऑफ मार्जिनल एक्सटर्नल कॉस्ट। कहते क्योंकि जी मार्जिनल प्राइवेट कॉस्ट है वो प्लस हो जाएगी मार्जिनल एक्सटर्नल कॉस्ट, जिदे थ्रू मार्जिनल जी सोशल कॉस्ट अपनी की हो जाएगी इनक्रीज हो जाएगी है, ठीक है। कहते थर्ड पर्सन जोड़ा है एंड सोसाइटी हु आर डायरेक्टली नॉट इन्वॉल्वड इन द एक्टिविटी फ्रॉम एन एक्स्ट्रा यूनिट ऑफ प्रोडक्शन। सो वी कैन से दैट कि जी मार्जिनल सोशल कॉस्ट होंगी है अगर एक्सटर्नलिटीज अगर कर दिया ने दैन एम एस सी इक्वल टू की होएगी एम एस बी प्लस एम एस सी, एम एस सी प्लस एम एस पी, ठीक है। एम जी है अगर मार्जिनल सोशल कॉस्ट इक्वल टू की होएगी एम पी सी मार्जिनल प्राइवेट कॉस्ट प्लस मार्जिनल एक्सटर्नल कॉस्ट जो एक्सटर्नलिटीज से करके आ रही है, ठीक है, जो सानू की है जो साडे लिए कॉस्ट सानू ज़्यादा पे करनी पै रही है। दिस इज अ मार्जिनल एक्सटर्नल कॉस्ट फॉर कंज्यूमर साइड द डिमांड कर्व ऑफ अ गुड और सर्विसेज शो मार्जिनल बेनिफिट्स। अगर कंज्यूमर साइड तो देखिए तो क्योंकि कंज्यूमर्स की करता गुड्स की डिमांड करता था उन्होंने की होंदा डिमांड करता डिमांड के थ्रू बेनिफिट्स होंदा ते जी अपनी प्रोड्यूसर क्लास है उन्होंने भी बेनिफिट्स होंदा क्योंकि कंज्यूमर डिमांड करता उन्होंने प्राइस पे होंदा है। तो दिस इज द मार्जिनल बेनिफिट्स। तो दोज इंडिविजुअल्स हु आर कंज्यूमिंग इट कहते कंज्यूमर्स जो गुड्स को कंज्यूम करेंगे उन्होंने की होएगा मार्जिनल बेनिफिट्स होएगा। प्रोड्यूसर्स जब गुड्स को प्रोड्यूस करेंगे तो उन्होंने की है जो कॉस्ट है वो आएगी। तो इट शोज द हाईएस्ट प्राइस कंज्यूमर्स आर विलिंग टू पे बाय डिफरेंट क्वांटिटीज ऑफ प्रोडक्ट्स। तो जो कंज्यूमर्स ने वो किसी भी प्रोडक्ट्स के लिए हाई जो प्राइस है वो देने के लिए तैयार होंगे ने। लेकिन कहते अगर तो एबसेंस ऑफ एक्सटर्नलिटीज है तो आप मार्जिनल जी प्राइवेट बेनीफिट है तो वो पर कोई भी अफैक्ट नहीं पै रहा तो वो मार्जिनल सोशल बेनीफिट के इक्वल होंगे है। अगर एक्सटर्नलिटीज नहीं हैगी ना तो हमेशा ही एम पी बी इज इक्वल टू की होंगे है एम एस बी होंगे है। मार्जिनल सोशल बेनीफिट इक्वल टू मार्जिनल प्राइवेट बेनीफिट होंगे है। अगर कहते पॉजिटिव एक्सटर्नलिटीज अगर कर दिया ने तब कहते की होंगे एम एस बी इज ग्रेटर दैन एम पी बी। अगर पॉजिटिव एक्सटर्नलिटीज ने तो मार्जिनल सोशल बेनिफिट ग्रेटर दैन मार्जिनल प्राइवेट बेनिफिट होएगा। अगर नेगेटिव एक्सटर्नलिटीज अगर कर दिया ने तब कहते तब की होएगा तब दैट अफेक्ट पाएगा तो मार्जिनल सोशल बेनिफिट इज इक्वल टू मार्जिनल प्राइवेट बेनिफिट प्लस मार्जिनल एक्सटर्नल बेनिफिट्स। तो ये सी अपनी जी है बेनीफिट्स वाली साइड, एक पास है साडी कॉस्ट वाली साइड जिथे कहते अपना एम एस पी इज इक्वल टू एम एस सी दे इक्वल होएगा उत्थे एफिशिएंसी होएगी, ठीक है। उत्थे एफिशिएंसी होएगी मार्केट दे विच मार्केट फेलियर्स नहीं होणगियां। लेकिन जिथे एम एस सी ग्रेटर दैन एम एस बी होएगी उत्थे मार्केट फेलियर्स होंगे क्योंकि नैगेटिव एक्सटर्नलिटीज ज़्यादा अफेक्ट करनगे इकोनॉमी में। तद ये टू अपनिया कर्व्स ने एक एम एस बी मार्जिनल सोशल बेनिफिट्स जो कंज्यूमर्स के थ्रू हो रहे हैं जिदे विच एक है अपना मार्जिनल एक्सटर्नल बेनिफिट जो एक्सटर्नल चीज दे पॉजिटिव इफेक्ट करके हो रहे हैं, एक है मार्जिनल प्राइवेट बेनिफिट्स जो कंज्यूमर्स को हो रहे हैं। दोनों का प्लस करेंगे दैट इज अ मार्जिनल सोशल बेनिफिट जो पूरी सोसाइटी में हो रहे हैं एंड दूसरी तरफ है मार्जिनल सोशल कॉस्ट जो किस तो बन के मिली है एक मार्जिनल प्राइवेट कॉस्ट, ठीक है, प्लस मार्जिनल एक्सटर्नल कॉस्ट जो नैगेटिव एक्सटर्नलिटीज से करके आई है। तो ये एम एस बी ते एम जी है पी भी जिथे इक्वल होगी उत्थे तो इक्विलिब्रियम होएगा, नो एक्सटर्नलिटीज केस, ठीक है। प्रॉफिट मैक्सिमाइजेशन होएगा मार्केट दे विच। अगर कहते नैगेटिव एक्सटर्नलिटीज ने मीनस एम एस सी ग्रेटर दैन एम जो है पी बी है तो इट्स मीनस मार्केट फेलियर है। तो सब तो पहले आप देखते हैं डायग्राम से जो आप समझ लैंगे इन्होंने
तो दिस इज द डायग्राम्स, टू डायग्राम्स ने प्रॉफिट मैक्सिमाइजेशन मार्केट, ठीक है, नो एक्सटर्नलिटीज केस वाली फर्स्ट डायग्राम है, एंड सेकंड डायग्राम प्रॉफिट मैक्सिमाइजिंग मार्केट नैगेटिव एक्सटर्नलिटीज। तो ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਤਾਂ ਜਿਹੜੀ MSP ਹੈ ਮਾਰਜਨਲ ਸੋਸ਼ਲ ਕਾਸਟ ਇਕੁਅਲ ਟੂ ਮਾਰਜਨਲ ਪ੍ਰਾਈਵੇਟ ਕਾਸਟ, ਇੱਕ ਤਾਂ ਪ੍ਰਾਈਵੇਟ ਸੈਕਟਰ ਤੇ ਗੁड्स ਦੀ ਪ੍ਰੋਡਕਸ਼ਨ ਤੇ ਕਾਸਟ ਆ ਰਹੀ ਹੈ ਪਲਸ ਮਾਰਜਨਲ ਐਕਸਟਰਨਲਿटीज ਕਾਸਟ ਆ ਰਹੀ ਹੈ, ਤਾਂ ਦੋਨੋਂ ਦਾ ਪਲਸ ਕਰਾਂਗੇ MSC। अगर कहते कोई भी कॉस्ट नहीं हैगी, एक्सटर्नलिटीज नहीं हैगियां, तर MSC इज इक्वल टू MPC होएगा, MEC जीरो होएगा। इसी तरह MSB मार्जिनल सोशल बेनिफिट्स, कहते सोसाइटी नो बेनिफिट्स जो हो रहे हैं उस एक तो प्राइवेट सैक्टर प्राइवेट बेनिफिट्स हो रहे हैं, एक हो रहे हैं एक्सटर्नलिटीज के थ्रू बेनिफिट्स, दोनों प्लस करांगे, दैट इज द मार्जिनल सोशल बेनिफिट जो पूरी सोसाइटी नो हो रहे हैं। तो प्रॉफिट मैक्सिमाइजिंग मार्केट ਦੇ ਵਿੱਚ ਤੁਸੀਂ देख सकते हो जो नो एक्सटर्नलिटीज है तद आप मान लें कि जो MPB है मार्जिनल अपना है, क्योंकि इतने MEB जीरो है, MECB जीरो है, कोई भी नैगेटिव ते पॉजिटिव एक्सटर्नलिटीज वर्क नहीं कर पा रही, तब कहते मार्जिनल प्राइवेट कॉस्ट इक्वल टू मार्जिनल प्राइवेट बेनिफिट्स है। प्रोड्यूसर्स की जो कॉस्ट है वो जो कंज्यूमर्स के बेनिफिट्स ने वो इक्वल है, क्योंकि कंज्यूमर्स जो भी कंज्यूम करेंगे वो थ्रू प्रोड्यूसर्स को मिल जाएगा। तो इतने तुम देख सकते हो फर्स्ट डायग्राम के OX से आउटपुट दिखाई हुई है, OY से प्राइस एंड कॉस्ट दिखाई हुई है, तो MPC लेफ्ट राइट डाउनवर्ड लेफ्ट राइट अपवर्ड है, ठीक है, मार्जिनल प्राइवेट कॉस्ट जो प्रोडक्शन पे आ रही है, एंड उस तो बाद जी है MPV मार्जिनल प्राइवेट बेनिफिट लेफ्ट राइट डाउनवर्ड है, ठीक है, दोनों एक दूसरे को क्यू पॉइंट ते कट कर रहे हैं, तो क्यू इज द इक्विलिब्रियम पॉइंट जिथे कहते क्वांटिटी OQ फिक्स हो रही है एंड OP प्राइस एंड कॉस्ट फिक्स हुई है, तो इतने प्रॉफिट मैक्सिमाइजेशन इन मार्केट है, क्योंकि कॉस्ट ते बेनिफिट बराबर ने सोसाइटी अपने प्राइवेट सैक्टर के, तो इतने किया प्रॉफिट मैक्सिमाइजेशन मार्केट दे विच, लेकिन दूसरी डायग्राम दे विच प्रॉफिट मैक्सिमाइजेशन मार्केट विच नेगेटिव एक्सटर्नलिटीज ने जिहड़ियां अकर कर रही ने, तो तुसीं इत्थे देख सकते हो कि जिहड़ी अपनी OX ते आउटपुट एंड OY ते प्राइस दिखाया हुआ है, तो जिहड़ी अपनी MPC कर्व है मार्जिनल जिहड़ी प्राइवेट कॉस्ट है एंड जिहड़ी अपनी M मार्जिनल प्राइवेट बेनिफिट्स ने रेड लाइन ते अपनी ब्लू लाइन वो एक पहला तो नीचे ई पॉइंट ते कट कर रहे हैं जिथे ओटिव एक्सटर्नलिटीज नहीं है, तो इक्विलिब्रियम ए आ OP प्राइस एंड OQ क्वांटिटी। अगर कहते नेगेटिव एक्सटर्नलिटीज अगर कर जांदियां ने तब की हो जाता है, नेगेटिव एक्सटर्नलिटीज अगर कर लगी कॉस्ट इंक्रीज होगी, तब MPC प्लस MEC इंक्रीज हो जाएगी, जिद नाल जिहड़ी मार्जिनल सोशल कॉस्ट है वो बन जाएगी, तो मार्जिनल सोशल कॉस्ट MPC ਦੇ ਵਿੱਚ एक्सटर्नलिटीज की कॉस्ट इंक्रीज करके बनिया, तब जी मार्जिनल सोशल कॉस्ट है वो MPC तो की बनेगी ऊपर बनेगी, क्योंकि प्राइवेट सैक्टर प्लस एक्सटर्नल कॉस्ट ऐड होगी, जिदे करके जी सोशल कॉस्ट है वो इंक्रीज हो जाएगी, तो सोशल कॉस्ट मार्जिनल प्राइवेट कॉस्ट तो जाके ऊपर बनेगी, तो जड़ा रेड लाइन नू न्यू पॉइंट ते कट करेगा, ठीक है, जिदे थ्रू प्राइसिस इंक्रीज हो जाएंगे, प्राइसिस इंक्रीज होके P तो PS हो गए एंड क्वांटिटी डिक्रीज हो गए Q तो QS होगी, कॉस्ट इंक्रीज होगी तो बेनिफिट्स डिक्रीज हो गए क्योंकि प्राइस इंक्रीज हो गया। तो ये जो बीच वाला गैप है जो अपना एक्सटर्नलिटीज दे करके इंक्रीज होया है, नेगेटिव एक्सटर्नलिटीज दे करके कॉस्ट वधी है, मार्जिनल कॉस्ट सोशल कॉस्ट ऊपर चले गई है, सोसाइटी को कुछ कॉस्ट पे करनी पै रही है, ठीक है, तो दैट इज द डेड वेट लॉस जो सोसाइटी नु होया है, अपना है डेड वेट लॉस जिथे जेडी इनएफिशिएंसी आकर कर रही है, मार्केट फेलियर है जड़ा आ गया है, जिदे करके क्वांटिटी कट एंड प्राइस ज्यादा, ते जेडे बेनिफिट्स ने अपने कट गए ने, ते कॉस्ट इंक्रीज हो रही है, ठीक है, ये है अपनी मार्केट फेलियर वाली डायग्राम्स, क्योंकि MSC ग्रेटर देन की है MPB है। And the next is internalizing externalities, बाहरी दा अंदरूनी कर कि जिन्नियां भी ये एक्सटर्नलिटीज आ रही ने, तो एक्सटर्नल्स बेनिफिट्स इन्हां तो किद्दे लिते जा सकते हैं, ठीक है, कि मैं अपनी जिहड़ी एफिशिएंसी एंड ऑप्टिमैलिटी आ उन्होंने इंक्रीज किया जा सकता है, कहंदा विद द हेल्प ऑफ गवर्नमेंट सैक्टर नीड फॉर पब्लिक इंटरवेंशनस, कहंदे ते पब्लिक इंटरवेंशन की जरूरत है, कहते ये थ्रू पॉजिटिव तो जी नैगेटिव एक्सटर्नलिटीज ने कहते सोशल ऑप्टिमली ऑफ आउटपुट इज अफेक्ट जिन्हें थ्रू अफेक्ट होंगी अपनी जी आउटपुट दस इन प्रेजेंस ऑफ एक्सटर्नलिटीज इंडिविजुअल्स
This consumer and producers objective will not result in maximum social welfare. ਨੈਗੇਟਿਵ ਐਕਸਟਰਨੈਲਿਟੀਜ਼ ਕਰਕੇ ਕੰਜ਼ਿਊਮਰ ਤੇ ਪ੍ਰੋਡਿਊਸਰ ਜਿਹੜੇ ਹੈ ਉਹ ਬੈਨੀਫਿਟਸ ਨਹੀਂ ਲੈ ਸਕਦੇ। ਕਹਿੰਦੇ ਸਮ ਫਾਰਮ ਗਵਰਨਮੈਂਟ ਇੰਟਰਵੈਂਸ਼ਨ ਦੀ ਲੋੜ ਹੈ ਜਿਹਦੇ ਥਰੂ ਆਪਾਂ ਇਹਨਾਂ ਨੂੰ ਕਹਿੰਦੇ ਇਹਨਾਂ ਦੇ ਜੋ ਵੀ ਐਕਸਟਰਨਲਿਟੀ ਨਾਲ ਰਿਲੇਟਡ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਸੋਲਵ ਕਰ ਸਕਦੇ ਆ। ਤਾਂ ਫਸਟ ਇਜ਼ ਟੈਕਸ ਐਂਡ ਸਬਸਿਡੀਜ਼। ਕਹਿੰਦੇ ਜਿਹੜੀ ਮਾਰਜਨਲ ਸੋਸ਼ਲ ਕਾਸਟ ਇਨਕਰੀਜ਼ ਹੋ ਰਹੀ ਹੈ ਐਮਪੀਸੀ ਪਲੱਸ ਐਮਈਸੀ, ਕਹਿੰਦੇ ਉਹਨੂੰ ਟੈਕਸ ਤੇ ਸਬਸਿਡੀਜ਼ ਦੇ ਥਰੂ ਕੀ ਆ ਰੋਕਿਆ ਜਾ ਸਕਦਾ ਹੈ। ਠੀਕ ਹੈ, ਜਿਵੇਂ ਕਿ ਕਹਿੰਦੇ for example, a coal-based thermal power plant generates few units of electricity. However, in the process, it pollutes environment, imposing negative externalities on the rest of the society. So, in addition to the private marginal cost of producing electric power, their adjustments external marginal cost also. The total and social marginal cost is sum of the two. ਕਹਿੰਦੇ ਜਿਵੇਂ ਕਿ ਜੋ ਵੀ ਕਹਿੰਦੇ ਐਕਸਟਰਨਲਿਟੀਜ਼ ਇਨਕਰੀਜ਼ ਕਰ ਰਹੀਆਂ ਨੇ, ਨੈਗੇਟਿਵ ਐਕਸਟਰਨਲਿਟੀਜ਼ ਇਨਕਰੀਜ਼ ਕਰ ਰਹੀਆਂ ਨੇ ਇੰਡਸਟਰੀਜ਼ ਫਰਮਸ, ਕਹਿੰਦੇ ਜਿਹਨਾਂ ਥਰੂ ਪੋਲਿਊਸ਼ਨ ਹੋ ਰਿਹਾ ਹੈ, ਨੋਇਜ਼ ਪੋਲਿਊਸ਼ਨ ਹੋ ਰਿਹਾ ਹੈ, ਸਮੋਕ ਪੋਲਿਊਸ਼ਨ ਹੋ ਰਿਹਾ ਹੈ। ਠੀਕ ਹੈ, ਐਂਡ ਆਪਣਾ ਮੀਨਸ ਏਅਰ ਐਂਡ ਆਪਣਾ ਲੈਂਡ ਪੋਲਿਊਸ਼ਨ ਹੋ ਰਿਹਾ, ਤਾਂ ਉਹਨਾਂ ਤੇ ਕਹਿੰਦੇ ਕੀ ਹੈ ਸਬਸਿਡੀਜ਼ ਐਂਡ ਟੈਕਸ ਲਗਾਣੇ। ਸਬਸਿਡੀਜ਼ ਦੇਣੀਆਂ ਕਿ ਜਿਹੜੀਆਂ ਪੋਲਿਊਸ਼ਨ ਇਨਕਰੀਜ਼ ਨਹੀਂ ਕਰ ਰਹੀਆਂ, ਮੀਨਸ ਨੈਗੇਟਿਵ ਐਕਸਟਰਨਲਿਟੀਜ਼ ਇਨਕਰੀਜ਼ ਨਹੀਂ ਕਰ ਰਹੀਆਂ, ਤਾਂ ਉਹਨਾਂ ਨੂੰ ਸਬਸਿਡੀਜ਼ ਪ੍ਰੋਵਾਈਡ ਕਰਨੀਆਂ। ਐਂਡ ਜਿਹੜੀਆਂ ਪੋਲਿਊਸ਼ਨ ਵਗੈਰਾ ਐਕਸਟਰਨਲਿਟੀਜ਼ ਵਗੈਰਾ ਇਨਕਰੀਜ਼ ਕਰ ਰਹੀਆਂ ਨੇ ਉਹਨਾਂ ਨੂੰ ਟੈਕਸਿਸ ਵਗੈਰਾ ਪੇ ਕਰਨ ਦੇ ਲਈ ਉਹਦੇ ਟੈਕਸ ਲਗਾਉਣੇ, ਤਾਂ ਜੋ ਘੱਟ ਤੋਂ ਘੱਟ ਪ੍ਰੋਡਕਸ਼ਨ ਕਰਨ ਤੇ ਜਿਹੜੀਆਂ ਉਹ ਆਈਟਮ ਤੇ ਸਬਸਿਡੀਜ਼ ਨੇ ਨਾ ਯੂਜ਼ ਕਰਨ, ਜਿਨ੍ਹਾਂ ਦੇ ਨਾਲ ਆਪਣੀ ਸੁਸਾਇਟੀ ਨੂੰ ਕੀ ਹੈ ਸੁਸਾਇਟੀ ਦੇ ਵਿੱਚ ਸੋਸ਼ਲ ਕਾਸਟ ਜਿਹੜੀ ਉਹ ਕੀ ਹੋ ਰਹੀ ਆ ਇਨਕਰੀਜ਼ ਹੋ ਰਹੀ ਆ। ਐਂਡ ਦ ਨੈਕਸਟ ਇਜ਼ ਡਾਇਰੈਕਟ ਰੈਗੂਲੇਸ਼ਨ ਐਡਮਿਨਿਸਟ੍ਰੇਸ਼ਨ ਸਟੈਪਸ। ਕਹਿੰਦੇ ਆਪਣੇ ਪ੍ਰਸ਼ਾਸਨ ਦੇ ਥਰੂ ਕਹਿੰਦੇ ਜਿਹੜੀ ਆਪਣੀ ਡਾਇਰੈਕਟ ਸਟੈਪਸ ਨੇ ਉਹ ਵੀ ਉਠਾਏ ਜਾਣੇ ਚਾਹੀਦੇ ਨੇ, ਜਿਵੇਂ ਕਿ ਕਹਿੰਦੇ ਦਾ ਪ੍ਰਾਈਸ ਰੈਗੂਲੇਸ਼ਨਸ ਕੈਨ ਬਿਕਮ ਐਨ ਇੰਪੋਰਟੈਂਟ ਐਡਮਿਨਿਸਟ੍ਰੇਟਿਵ measure to curb professionals on part of firms and to make available essential services and commodities to end user at the reasonable price। ਕਹਿੰਦੇ ਜਿਵੇਂ ਕਿ ਪ੍ਰਾਈਸਿਸ ਫਿਕਸ ਕਰਨਾ ਆਪਣੇ ਐਡਮਿਨਿਸਟ੍ਰੇਟਿਵ ਦੇ ਥਰੂ। ਠੀਕ ਹੈ, ਜਿਵੇਂ ਕਿ ਮੋਨੋਪੋਲੀ ਮੋਨੋਪੋਲਿਸਟਿਕਸ ਐਂਡ ਓਲੀਗੋਪੋਲੀ ਦੇ ਵਿੱਚ ਕੀ ਹੈ ਪ੍ਰਾਈਸਿਸ ਡਿਫਰੈਂਸ਼ੀਏਟ ਹੁੰਦਾ, ਜਿਹਦੇ ਕਰਕੇ ਪਰਫੈਕਟ ਕੰਪੀਟੀਸ਼ਨ ਨੂੰ ਲਾਸ ਹੁੰਦਾ, ਕੁਝ ਫਰਮਸ ਨੂੰ ਲਾਸ ਹੁੰਦਾ, ਤਾਂ ਉਹਨਾਂ ਦੇ ਥਰੂ ਕੀ ਕਰਨਾ ਗਵਰਨਮੈਂਟ ਦੇ ਥਰੂ ਪ੍ਰਾਈਸਿਸ ਫਿਕਸ ਕਰਨਾ। ਜਿਵੇਂ ਕਿ ਟੂ ਰੀਸੈਂਟ ਐਗਜ਼ਾਮਪਲਸ ਨੇ ਇੰਡੀਆ ਕੈਨ ਬੀ ਮੈਂਸ਼ਨ ਦੇਅਰ, ਜਿਹੜੀਆਂ ਇੰਡੀਆ ਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਨੇ। ਦ ਪ੍ਰਾਈਵੇਟ ਸਕੂਲਸ ਇਨ ਦਿੱਲੀ ਡਿਡ ਨਾਟ ਇਨਕਰੀਜ਼ ਦ ਟਿਊਸ਼ਨ ਫੀਸ ਚਾਰਜ ਫਰੋਮ ਦ ਸਟੂਡੈਂਟਸ disproportionately। ठीक है, on the pretext of meeting additional cost and account of the implementation of 6th Central Pay Commission Award, the Wolf of called by the Honorable High Court of Delhi, they are ordered to refund the excess amount along with the interest theorem of pupils। ठीक है, जिਵੇਂ कि फीस वगैरह इंक्रीज ना करना। एंड फिर उस तो बाद है ਜਿਹੜੇ ਹੈ ਆਪਣੇ ਪਰਾਮਾ ਸਪਲਾਇਰਸ ਨੇ ਮੈਡੀਕਲ ਡਿਵਾਈਸਿਸ ਪ੍ਰੋਵਾਈਡ ਕਰਦੇ ਨੇ। ਠੀਕ ਹੈ, ਲਾਈਕ ਸਟੈਂਡਸ ਕਹਿੰਦੇ ਉਹਨਾਂ ਦੇ ਥਰੂ ਵੀ ਜਿਹੜਾ ਹੈ ਆਪਣਾ ਪ੍ਰਾਈਸ ਸੀਲਿੰਗਸ ਕਰਨਾ। ਠੀਕ ਹੈ, ਪ੍ਰਾਈਸਿਸ ਘੱਟ ਰੱਖਣਾ। ਤਾਂ ਇਹ ਨੇ ਆਪਣੇ ਜਿਹੜੇ ਹੈ ਡਾਇਰੈਕਟ ਰੈਗੂਲੇਸ਼ਨਸ ਲਈ ਯੂਜ਼ ਕੀਤੀਆਂ ਜਾਂਦੀਆਂ ਨੇ। ਐਂਡ ਨੈਕਸਟ ਹੈ ਰੈਗੂਲੇਟਿੰਗ ਦਾ ਪ੍ਰਾਈਵੇਟ ਡਿਟਰਮਿਨਾਈਂਡ ਪ੍ਰਾਈਸਿਸ, ਜਿਹੜੇ ਪ੍ਰਾਈਵੇਟ ਫਰਮਸ ਨੇ ਉਹਨਾਂ ਦੇ ਪ੍ਰਾਈਸਿਸ ਨੂੰ ਰੈਗੂਲੇਟ ਕਰਨਾ। ਕਹਿੰਦੇ the problems with tax and subsidies is that the level of tax or subsidies cannot be measured accurately the monetary terms। Another way of controlling externalities is to be standards limits for such activities। ਜਿਵੇਂ ਕਿ ਤੁਸੀਂ ਦੇਖਦੇ ਹੋ ਅਗਰ ਟੈਕਸ ਜਿਵੇਂ ਕਿ ਆਪਣਾ ਟੈਕਸ ਹੋ ਗਿਆ, ਪ੍ਰੋਡਕਸ਼ਨ ਟੈਕਸ ਹੋ ਗਿਆ, ਅਗਰ ਇਨਕਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਜਿਹੜੇ ਪ੍ਰੋਡਿਊਸਰਸ ਨੇ ਆਪਣੇ ਜਿਹੜੇ ਗੁਡਸ ਨੇ ਉਹਦੇ ਪ੍ਰਾਈਸਿਸ ਵਗੈਰਾ ਹਾਈ ਕਰਨਾ ਸਟਾਰਟ ਕਰ ਦਿੰਦੇ ਨੇ। ਕਹਿੰਦੇ ਇੱਥੇ ਵੀ ਪ੍ਰੋਬਲਮ ਫੇਸ ਹੁੰਦੀ ਆ। ਕਹਿੰਦੇ ਸਿਟਿੰਗ ਮਿਨੀਮਮ ਸਟੈਂਡਰਡਸ ਫॉर ਹੈਲਥ ਐਂਡ ਸੇਫਟੀ ਐਟ ਦਾ ਵਰਕ ਪਲੇਸ। ਕਹਿੰਦੇ ਇੱਦਾਂ ਦੀ ਵਰਕ ਪਲੇਸ ਪ੍ਰੋਵਾਈਡ ਕਰਨਾ ਜਿੱਥੇ ਕਹਿੰਦੇ ਹੈਲਥ ਨੂੰ ਕੋਈ ਲਾਸ ਨਾ ਹੋਵੇ, ਜਿੱਥੇ ਸੇਫਟੀ ਦਿੱਤੀ ਜਾਏ। ਪੋਲਿਊਸ਼ਨ ਪਰਮਿਟਸ ਨੇ ਜਿਹੜੇ ਉਹ ਬਣਾਏ ਜਾਣ, ਜੋ ਇੰਡਸਟਰੀਜ਼ ਸੈਟਅਪ ਹੋ ਰਹੀਆਂ ਨੇ, ਫਰਮਸ ਆਪਣੀਆਂ ਲਗਾਈਆਂ ਜਾ ਰਹੀਆਂ ਨੇ, ਪੋਲਿਊਸ਼ਨ ਪਰਮਿਟ ਉਹਨਾਂ ਦੇ ਕੋਲ ਹੋਣਾ ਜ਼ਰੂਰੀ ਹੈ। ਸੈਟਿੰਗ ਮੈਕਸਿਮਮ ਕੁਆਂਟੀਟੀ ਆਫ ਪੋਲਿਊਟਿੰਗ ਐਕਟੀਵਿਟੀ ਐਂਡ ਅਬਵ ਡੈਟ ਸਟ੍ਰਿਕਟ ਪੈਨਲਟੀਜ਼ ਨੇ ਜਿਹੜੀ ਦਿੱਤੀ ਜਾਣੀ ਚਾਹੀਦੀਆਂ ਨੇ ਫਰਮਸ ਨੂੰ ਤੇ ਕੰਜ਼ਿਊਮਰਸ ਨੂੰ, ਉਹ ਜਿਹੜਾ ਰੈਗੂਲੇਸ਼ਨਸ ਨੂੰ ਜੋ ਬ੍ਰੇਕ ਕਰਦੇ ਨੇ। ਠੀਕ ਹੈ, ਜਿਵੇਂ ਕਿ ਅੱਜ ਕੱਲ ਕੀ ਦੇਖਿਆ ਗਿਆ ਮੋਸਟਲੀ ਜੋ ਆਪਣੀ ਫਸਲ ਹੈ, ਫਸਲ ਕੱਟਣ ਤੋਂ ਬਾਅਦ ਖੇਤਾਂ ਦੇ ਵਿੱਚ ਅੱਗ ਲਗਾਈ ਜਾ ਰਹੀ ਹੈ ਆਪਣੀ ਰਾਈਸ ਦੀ ਫਸਲ ਕੱਟਣ ਤੋਂ ਬਾਅਦ, ਤੇ ਉਹਨਾਂ ਦੇ ਵਿੱਚ ਹੁਣ ਪੈਨਲਟੀਜ਼ ਨੇ ਜਿਹੜੀਆਂ ਰੱਖੀਆਂ ਗਈਆਂ ਨੇ ਫਾਰਮਰਸ ਦੇ ਲਈ ਕਿ ਤੁਸੀਂ ਅੱਗ ਨਹੀਂ ਲਗਾਉਣੀ, ਕਿਉਂਕਿ ਅੱਗ ਲਗਾਉਣ ਦੇ ਨਾਲ ਸਮੋਕ ਬਹੁਤ ਜ਼ਿਆਦਾ ਹੋ ਰਹੀ, ਜਿਹਦੇ ਕਰਕੇ ਹੈਲਥ ਨਾਲ ਰਿਲੇਟਡ ਜੋ ਪ੍ਰੋਬਲਮਸ ਨੇ ਉਹ ਆ ਰਹੀਆਂ ਨੇ, ਅਸਥਮਾ ਵਰਗੀਆਂ ਪ੍ਰੋਬਲਮਸ ਆ ਰਹੀਆਂ ਨੇ। ਤਾਂ ਇਹਨਾਂ ਦੇ ਲਈ ਪੈਨਲਟੀਜ਼ ਨੇ ਜੋ ਫਿਕਸ ਕੀਤੇ ਗਏ ਨੇ ਗਵਰਨਮੈਂਟ ਦੇ ਥਰੂ। ਠੀਕ ਹੈ, ਕੇਸਿਸ ਪਾਏ ਜਾ ਰਹੇ ਨੇ ਲੋਕਾਂ ਦੇ। ਕਹਿੰਦੇ ਇਹ ਜੋ ਮਈਅਰਸ ਨੇ, ਇਹ ਐਕਟੀਵਿਟੀਜ਼ ਨੇ ਜਿਹੜੀਆਂ ਇਹ ਕੀਤੀਆਂ ਜਾ ਰਹੀਆਂ ਨੇ ਆਪਣੇ
प्रोड्यूसिंग क्लास ਨਾਲ ਰਿਲੇਟਡ ਐਂਡ ਫਿਰ ਬੈਨ ਕਰਨਾ ਸਿਗਰਟ ਐਡਵਰਟਾਈਜ਼ਮੈਂਟ ਐਂਡ ਮੇਕਿੰਗ ਵਰਕਸ਼ਾਪ ਨੋ ਸਮੋਕਿੰਗ ਇਨਵਾਇਰਨਮੈਂਟ ਕਹਿੰਦੇ ਜਿਹੜੇ ਸਿਗਰਟ ਦੀਆਂ ਐਡਵਰਟਾਈਜ਼ਮੈਂਟਸ ਨੇ ਉਹਨਾਂ ਨੂੰ ਬੈਨ ਕਰਨਾ ਤੇ ਨੋਨ ਸਮੋਕਿੰਗ ਜਿਹੜਾ ਇਨਵਾਇਰਨਮੈਂਟ ਆ ਉਹਨੂੰ ਲੈ ਕੇ ਆਉਣਾ ਕਹਿੰਦੇ ਪ੍ਰਾਈਵੇਟ ਬਾਰਗੇਨਿੰਗ ਐਂਡ ਨੈਗੋਸ਼ੀਏਸ਼ਨਸ ਬਾਈ ਏਜੰਟਸ ਆਰ ਆਲਸੋ ਵੀ ਸੋਲਵ ਦਾ ਪ੍ਰੋਬਲਮ ਆਫ ਐਕਸਟਰਨਲਿਟੀਜ਼ एंड उस तो बाद है अपना रेगुलेशंस ऑफ द एक्टिविटीज हो गया एंड द नेक्स्ट इज अ पब्लिक प्रोविजंस एंड एक्सपेंडिंग सप्लाई ऑफ पब्लिक गुड्स कहते किया पब्लिक गवर्नमेंट सैक्टर के थ्रू जी अपनी पब्लिक गुड्स ने उन्होंने सप्लाई है जी ज़्यादा तो ज़्यादा करना जो अपनी सोसाइटी है अपनी डिमांड्स कहते पूरी कर सके कहते तदे जो अपना गवर्नमेंट सैक्टर है पब्लिक सैक्टर है वो डिफरेंट जड़ियाँ अपन सर्विसिज ने प्रोवाइड करता है फॉर एग्जाम्पल एजुकेशन सिस्टम हो गया हैल्थ सिस्टम हो गया एजुकेशन सिस्टम के थ्रू जो मार्केट है अपनी वो भी उन्होंने भी बेनीफिट हुआ है क्योंकि जी लेबर है स्किल्ड हो गई है उनकी स्किल्स अच्छी ने उन्होंने ट्रेनिंग्स मिल रही ने ठीक है एंड लिटरेसी रेट घट रहा है एंड हैल्थ ना रिलेटेड जो भी प्रॉब्लम्स ने वो अपनी हेल्थ जो इंश्योरेंस है वो थ्रू भी सॉल्व की जा सकती ने ठीक है एंड अपना जो है हॉस्पिटैलिटी दी जा रही है फ्री सर्विसेज दी जा रही है गवर्नमेंट सैक्टर के थ्रू ठीक है ये सारे जो अपने इन्होंने थ्रू सोशल बेनीफिट्स इंक्रीज होएगा अगर सप्लाई ऑफ पब्लिक गुड्स है जी वो इंक्रीज होगी एंड नैक्सट आप समअप करते हैं तो उस तो बाद किया कहते आपने इस सब तो पहला की किया है एक्सटर्नलिटीज की गल की है कि बेसिक असम्पशनस की परफेक्ट कंपटीशन के भी मार्केट फेलियर्स आ सकती ने तो आपने उन्होंने मेन रीजनस देखे ने सब तो पहला सीगा इम्परफेक्ट मार्केट की परफेक्ट कंपटीशन तो इलावा अपनी इकोनॉमी के मोनोपोली मोनोपोलिस्टिक एंड ओलिगोपोली ड्यूपोली पाई जाती है जिहदे थ्रू कहते उन्होंने प्राइसिस से कंट्रोल होंदा है उन्होंने मेन एम प्रॉफिट मैक्सिमाइजेशन होंदा तो अपने प्रॉफिट के लिए कहते हो जो राइवल्स जो है अपना राइवल्स फर्म्स उन्होंने की कंपीट करते हैं जिन्होंने थ्रू मार्केट फेलियर्स आते हैं एंड द नेक्स्ट इज एक्सटर्नलिटीज कहते अपनी मार्केट के एक्सटर्नलिटीज अगर करदियां ने एक्सटर्नलिटीज की दो तरह दी होंदियां ने पॉजिटिव एंड नैगेटिव पॉजिटिव एक्सटर्नलिटीज होंगे तो बेनीफिट होएगा सोसाइटी को भी तो प्राइवेट सैक्टर को भी अगर नैगेटिव एक्सटर्नलिटीज होंगे तो सोशल कॉस्ट इंक्रीज होएगी तो प्राइवेट कॉस्ट भी की है उन्होंने भी अफेक्ट करेगी एंड उस तो बाद पब्लिक गुड्स है पब्लिक गुड्स कहते जो पब्लिक के अंडर आउंदियां ने तो पब्लिक गुड्स वो होंदियां ने जिन्होंने मार्केट के कोई भी परसन चूज कर सकता चाहे उन्होंने पेमेंट करे चाहे ना करे इम्परफेक्ट इनफॉर्मेशन कहते जो अपने बायर्स ते सैलर्स होंगे ने कहते उन्होंने कई बार इम्परफेक्ट नॉलेज होंगी है कई बार अपने सैलर्स को प्रॉपर नॉलेज होंगी है जो सैकेंड हैंड जो अपना प्रोडक्ट है उन्होंने सेल कर रहे होंगे फॉर एग्जाम्पल अपने कार लीती सी लेकिन जो अपना बायर है उन्होंने प्रॉपर नॉलेज नहीं होंगी कि कार के किहड़ा बिग पॉइंट है तो पेमेंट्स वो थ्रू पूरी की जाती है इतने भी मार्केट फेलियर कर दिया एडवर्स सिलैक्शंस कहते टू ग्रुप्स के थ्रू जो है सिलैक्शन अच्छी ना करनी एडवर्स सिलैक्शन करनी जिवें कि इंश्योरेंस कंपनी के थ्रू स्मोकिंग ते नॉट स्मोकिंग जो पर्सन है दोनों की इंश्योरेंस करवानी लेकिन जो स्मोकर है उन्होंने जो है अपना इंश्योरेंस कंपनी थ्रू ज़्यादा बेनीफिट होएगा क्योंकि हाई प्रीमियम उन्होंने पे होएगा क्योंकि वो डेथ है वो चांसिस की ने ज़्यादा ने एंड नैक्सट इज मॉरल हैजर्ड्स कहते कोई भी कंट्रैक्ट साइन करने तो बाद किसी भी सैकेंड पार्टी का उसके लिए चेंज हो जाना बदल जाना एंड उस तो बाद अपने मार्जिनल सोशल कॉस्ट ते मार्जिनल सोशल बेनीफिट्स दसिया सी अगर कहते नैगेटिव एक्सटर्नलिटीज नहीं है तो प्राइवेट जिथे प्राइवेट कॉस्ट है मार्जिनल प्राइवेट कॉस्ट इज इक्वल टू मार्जिनल प्राइवेट बेनीफिट के इक्वल होएगी उत्थे तो अपना एक्सटर्नलिटीज नहीं होंगी लेकिन जिथे एक्सटर्नलिटीज होंगे नैगेटिव उत्थे मार्जिनल सोशल कॉस्ट अपनी इंक्रीज हो जाएगी मार्जिनल सोशल बेनीफिट्स तो इनएफिशिएंसी मार्केट के आ जाएगी मार्केट फेलियर अगर करेगी एंड उस तो बाद आपने देखा सी कि एक्सटर्नलिटीज को घट करने के लिए अपनी गवर्नमेंट का मेन रोल है गवर्नमेंट जो स्टैप्स उठा सकती है उन्होंने सब तो पहला सी टैक्स एंड सबसिडीज टैक्स लगाना जो अपना एक्सटर्नलिटीज इंक्रीज कर दिया ने पोल्यूशन वगैरह इंक्रीज कर दिया ने एंड सबसिडीज देना जिन्होंने थ्रू अपनी इन्वायरमेंट को किसी भी तरह का लॉस नहीं हो रहा है एंड डायरैक्ट रेगुलेशंस के प्राइसिस फिक्स करना है कि मिनिमम प्राइस फिक्स करना एंड डिफरेंट एक्टिविटीज के कहते किया जी अपनी गवर्नमेंट के थ्रू सबसिडीज ने वो ज़्यादा प्रोवाइड करना जिन्होंने थ्रू जी अपनी लोअर ते अपर क्लास है वो बेनीफिट्स लै सके प्रोड्यूसर्स क्लास भी जिन्होंने थ्रू मार्केट फेलियर्स की प्रॉब्लम सॉल्व कर सके तो अज का अपना टॉपिक इत्थे ही खत्म होंदा है धन्यवाद।